ਵਿਚਾਰਾਂ रोज़ाना आप संगतां गुरु दरबार अंदर जुड़ करके और अपने अपने घरां विच बैठ करके इस स्थान तो सरवण करदियां हो उन्हां चल रहीआं लड़ीवार गुरबाणी विचारां दे नाल सांझ पाईए। विचारां दी आरंभता तो पहलां सतगुरु धन गुरु ग्रंथ साहिब जी कृपा करन अपना मेहर भरिया हथ सिर ते रखण। मालिक जी आप रसना उत्ते वरत के अपनी बाणी अपने शब्द दी विचार सतगुरु जी आप करवा लैन और आप सरबत संगत बख्शो असीस। कोई रसना वांझी ना रहे। दोवे हाथ जोड़ अपनियां मन और बिरतियां नूं एकाग्र करदियां होइयां लवाओ गुरु चरनां विच हाज़री। अदब सहित सरबत संगत मिल करके उचारण करो जी सतनाम श्री वाहिगुरु साहिब जी। एक बार फिर करो रसनावा पवित्र और मिलके आखो जी सतनाम श्री वाहिगुरु साहिब जी। वाहिगुरु साहिब जी। श्री राग महला पंजवा। घर पंजवा। जानो नहीं भावै कवन बाता मन खोज मार्ग रहाओ। जिस शब्द दा पाठ आप संगत ने बड़े अदब सत्कार दे नाल प्यार सहित मानयोग भाई साहब होरां पासों सरवण कीता है, ये पावन बचन सतगुरु अर्जन साहिब जी के मुखारबिंद तो उचारण किए हुए श्री राग दे अंदर धन गुरु ग्रंथ साहिब पातशाह जी के पावन अंग 71 दे उपर सुभाईमान है। अज दे इन्हां पावन शब्दां दे राहीं पावन बचनां दे राहीं जो गुरु बाबा जी ने उपदेश सानू बख्शिश किया उहदे विच एक सवाल रूप सतगुरु जी साडे सामने रख रहे, क्योंकि जिस वक्त धर्म दे मार्ग ते जीव चलदा ना ते धर्म दे राह ते चलण वाला हर बंदा अपने आप नूं सही दसदा भी मैं ठीक हाँ बाकी गलत ने। भी जेड़ा रस्ता मैं फड़िया है जेड़ा काम मैं कर रहा ये धर्म दा है, दूजे लोगों नूं धर्म बारे कोई ज्ञान नहीं कोई सोझी नहीं है। हुण धन गुरु अर्जन साहब ने यह नहीं कहा भी मैं धर्मी हाँ जां मैनू धर्म बारे पता है। मालिक जी सवाल करदे आखदे कहंदे जानो नहीं मैं जानदा नहीं हाँ भावै कवन बाता भी रब जी तैनू की चंगा लगता है या इउं कह लीए भी रब जी तैनू मैं किवें भा सकदा आ मैनू इस गल दी सोझी नहीं है। ते मन नूं संबोधन कीता कहंदे मन खोज मार्ग राह लभ। जिस वक्त सतगुरु जी की बाणी पढ़ते हैं मनुख द्वारा ते बड़े यतन किए जाते।
ਹੁਣ ਸਤਿਗੁਰੂ ਜੀ ਕੀ ਬਾਣੀ ਪੜ੍ਹਦਿਆਂ ਹੋਇਆਂ ਮਾਲਕ ਪਾਤਸ਼ਾਹ ਜੀ ਬਾਣੀ 'ਚ ਜ਼ਿਕਰ ਕਰਦੇ ਕਿ ਧਰਮ ਦੇ ਰਸਤੇ ਉੱਤੇ ਚੱਲਣ ਵਾਲਾ ਬੰਦਾ ਕੀ ਕਰ ਰਿਹਾ? ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ। ਹੁਣ ਜਿਹੜਾ ਇਹ ਕੰਮ ਕਰ ਰਿਹਾ ਉਹ ਕੀ ਕਹਿੰਦਾ? ਮੇਰਾ ਰਸਤਾ ਠੀਕ ਹੈ, ਮੈਂ ਧਰਮੀ ਆ। ਪਰ ਇਸ ਗੱਲ ਦਾ ਅਸੀਂ ਦਾਅਵਾ ਨਹੀਂ ਕਰ ਸਕਦੇ ਵੀ ਮੈਂ ਆਹ ਕੰਮ ਕਰਕੇ ਰੱਬ ਨੂੰ ਚੰਗਾ ਲੱਗ ਜਾਗਾ, ਜਾਂ ਮੇਰਾ ਕੀਤਾ ਹੋਇਆ ਇਹ ਕਰਮ ਰੱਬ ਨੂੰ ਭਾ ਜਾਏਗਾ। ਇਸ ਗੱਲ ਦੀ ਸਾਨੂੰ ਕੋਈ ਸੋਝੀ ਨਹੀਂ। ਸਤਿਗੁਰੂ ਜੀ ਆਖਦੇ, ਕਹਿੰਦੇ ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ। ਕਰ ਕੀ ਰਿਹਾ ਹੁਣ? ਮੁਖ ਝੂਠ ਬੇਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੋਏ ਧੋਤੀ ਬਸਤਰ ਕਪਾਟੰ। ਜੇ ਜਾਣਸ, ਜੇ ਤੂੰ ਜਾਣਦਾ ਹੈ ਬ੍ਰਹਮੰ ਕਰਮੰ, ਵੀ ਇਹ ਰੱਬ ਦੇ ਕੰਮ ਨੇ, ਧਰਮ ਦਾ ਕੰਮ ਹੈ। ਬ੍ਰਹਮੰ ਕਰਮੰ ਮਤਲਬ ਧਰਮ ਦਾ ਕਰਮ। ਸਭ ਫੋਕਟ ਨਿਹਚੋ ਕਰਮੰ। ਮਤਲਬ ਕਹਿੰਦੇ ਵੀ ਨਹੀਂ, ਮੈਨੂੰ ਕੋਈ ਕਹਿੰਦੇ ਇਹਦੇ 'ਚ ਧਰਮ ਲੱਗਿਆ ਨਹੀਂ, ਵੀ ਮੈਨੂੰ ਤੇ ਇਉਂ ਲੱਗਦਾ ਵੀ ਫੋਕਟ ਨਿਹਚੋ ਕਰਮ। ਫੋਕਟ ਕਿਹਨੂੰ ਕਹਿੰਦੇ? ਵਿਅਰਥ, ਫਾਲਤੂ। ਧੰਨ ਗੁਰੂ ਕਲਗੀਧਰ ਸਾਹਿਬ ਨੂੰ ਪੜੋ। ਮੱਲ ਕਹਿੰਦੇ ਕਹਾ ਪਇਓ ਜੋ ਦਊ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ। ਹੁਣ ਜਿਹੜਾ ਇਦਾਂ ਕਰ ਰਿਹਾ ਉਹ ਕੀ ਕਹਿੰਦਾ? ਮੇਰਾ ਰਸਤਾ ਠੀਕ ਹੈ, ਮੈਂ ਸਹੀ ਰਸਤੇ ਤੇ ਚੱਲ ਰਿਹਾ। ਕਹਾ ਪਇਓ ਜੋ ਦਊ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ। ਨਹਾਤ ਫਿਰਿਓ ਲੀਏ ਸਾਤ ਸਮੁੰਦਰਨ। ਲੋਕ ਗਇਓ ਪਰ ਲੋਕ ਗਵਾਇਓ। ਸਹੀ ਕਿੱਥੇ? ਜੇ ਸਹੀ ਹੁੰਦਾ ਫਿਰ ਕੁਛ ਗਵਾਚਣਾ ਥੋੜੀ ਸੀ, ਫਿਰ ਤੇ ਲੱਭਣਾ ਸੀ। ਜੇ ਠੀਕ, ਹੁਣ ਜੇ ਆਪਾਂ ਸੰਸਾਰਕ ਤੌਰ ਤੇ ਸਾਨੂੰ ਘਾਟਾ ਕਦੋਂ ਪੈਂਦਾ? ਜਦੋਂ ਸਾਡਾ ਕਰਮ ਗਲਤ ਹੋਵੇ, ਸਾਨੂੰ ਕਰਨ ਦਾ ਤਰੀਕਾ ਨਾ ਹੋਵੇ, ਉਦੋਂ ਘਾਟਾ ਪੈਂਦਾ। ਤੇ ਜੇ ਕਰਨ ਦਾ ਤਰੀਕਾ ਹੋਵੇ, ਢੰਗ ਹੋਵੇ, ਕਦੇ ਲਾਸ ਹੋਇਆ? ਅਸੀਂ ਜਿਸ ਵਕਤ ਕਿਸੇ ਵੀ ਕਾਰਜ ਵਿੱਚ, ਕਿਸੇ ਵੀ ਫੀਲਡ ਵਿੱਚ ਨਵੇਂ ਹੁੰਨੇ ਆ ਨਾ, ਉਦੋਂ ਜਿਹੜਾ ਐਕਸਪੀਰੀਅੰਸ ਪਰਸਨ ਹੈ, ਅਸੀਂ ਉਹਨੂੰ ਕਹਿੰਦੇ ਆ ਵੀ ਮੈਨੂੰ ਦੱਸਦਾ ਰਹੀਂ, ਮੈਂ ਅਜੇ ਇਸ ਫੀਲਡ 'ਚ ਨਵਾਂ ਆ। ਕਿਉਂ ਪੁੱਛ ਰਹੇ ਆ ਉਹਨੂੰ? ਵੀ ਕਿਤੇ ਘਾਟਾ ਨਾ ਪੈ ਜੇ, ਕਿਤੇ ਨੁਕਸਾਨ ਨਾ ਹੋ ਜੇ, ਇਸ ਲਈ ਉਹਨੂੰ ਪੁੱਛਦੇ ਆ ਵੀ ਸਾਨੂੰ ਦੱਸਦਾ ਰਹੀਂ। ਮਾਲਕ ਜੀ ਕਹਿੰਦੇ ਤੂੰ ਹੁਣ ਜਿਸ ਫੀਲਡ 'ਚ ਵਿਚਰਨ ਲੱਗਿਆ ਪੁੱਛਿਆ ਸੀ ਕਿਸੇ ਨੂੰ ਵੀ ਮੈਂ ਠੀਕ ਕਰਮ ਕਰ ਰਿਹਾ? ਬਸ ਤੂੰ ਕਰਦਾ ਹੋਇਆ ਦਾਅਵਾ ਕਰਕੇ ਬਹਿ ਗਿਆ ਵੀ ਮੈਂ ਠੀਕ ਹਾਂ, ਮੈਂ ਸਹੀ ਹਾਂ। ਮਾਲਕ ਕਹਿੰਦੇ ਜੇ ਸਹੀ ਹੁੰਦਾ ਫਿਰ ਲੋਕ ਤੇ ਪਰਲੋਕ ਜਾਣਾ ਨਹੀਂ ਸੀ, ਪਰ ਤੂੰ ਗਵਾ ਲਿਆ। ਲੋਕ ਗਇਓ ਪਰਲੋਕ ਗਵਾਇਓ। ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ। ਤੇ ਪ੍ਰਾਪਤੀ ਕਿੱਥੇ? ਸਾਚ ਕਹੋ ਸੁਨ ਲੇਹੋ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਆਹ ਤਰੀਕਾ ਤੇ ਹੈ ਹੀ ਨਹੀਂ ਸੀ ਕੋਲੇ। ਫਿਰ ਇਦੋਂ ਅਗਲੇ ਸਵਈਏ ਵਿੱਚ ਸਤਿਗੁਰੂ ਜ਼ਿਕਰ ਕਰਦੇ, ਮਲਕ ਪਾਤਸ਼ਾਹ ਜੀ ਆਖਦੇ, ਕਹਿੰਦੇ ਕਿ ਕੋਈ ਹੁਣ ਲੱਗ ਗਿਆ ਬੁੱਤਾਂ ਨੂੰ ਪੂਜਣ ਵਾਸਤੇ, ਕੋਈ ਲੱਗ ਗਿਆ ਪਛਾਹ ਨੂੰ ਸੀਸ ਨਵਾਉਣ ਤੇ ਕੋਈ ਅਵਾਚੀ ਦਿਸ਼ਾ ਵਿੱਚ ਸੀਸ ਨਵਾਉਣ ਲੱਗ ਪਿਆ। ਕੋਈ ਮੁਰਦੇ ਹੀ ਪੂਜੀ ਜਾਂਦਾ ਹੈ, ਮਰਿਆਂ ਨੂੰ ਹੀ ਪੂਜੀ ਜਾਂਦਾ। ਪਰ ਗੁਰੂ ਕਲਗੀਧਰ ਸਾਹਿਬ ਕਹਿੰਦੇ ਵੀ ਇਹਨਾਂ ਵਿੱਚੋਂ ਵੀ ਮੈਨੂੰ ਕੋਈ ਇਹ ਨਜ਼ਰ ਨਹੀਂ ਪਿਆ ਵੀ ਸਿੱਧੇ ਰਸਤੇ ਤੇ ਚੱਲਣ ਵਾਲਾ।
ਇਹਨਾਂ ਵਿੱਚੋਂ ਵੀ ਕੋਈ ਨਜ਼ਰ ਨਹੀਂ ਪਿਆ ਜਿਹੜਾ ਸਿੱਧੇ ਰਸਤੇ ਤੇ ਚੱਲਣ ਵਾਲਾ ਹੋਵੇ। ਕਰ ਕੀ ਰਹੇ? ਕਿਸੇ ਨੇ ਕੋਈ ਤਰੀਕਾ ਵਰਤ ਲਿਆ, ਕਿਸੇ ਨੇ ਕੋਈ ਤਰੀਕਾ ਵਰਤ ਲਿਆ, ਤੇ ਸਤਿਗੁਰੂ ਕਹਿੰਦੇ ਕਿ ਇੰਜ ਲੱਗਦਾ ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਨਜ਼ਰ ਹੀ ਨਹੀਂ ਪਿਆ ਵੀ ਕਿਸੇ ਕੋਲ ਭੇਦ ਵੀ ਹੋਵੇ। ਨਜ਼ਰ ਨਹੀਂ ਪਿਆ ਵੀ ਕਿਸੇ ਕੋਲ ਰੱਬ ਦੀ ਕੋਈ ਜਾਣਕਾਰੀ, ਨੌਲੇਜ ਹੀ ਹੋਵੇ, ਰੱਬ ਬਾਰੇ ਸੋਝੀ ਹੋਵੇ ਕਿਸੇ ਨੂੰ। ਕਹੂ ਲੈ ਪਾਹਨ ਪੂਜ ਧਰਿਓ ਸਿਰ, ਕਹੂ ਲੈ ਲਿੰਗ ਗਰੇ ਲਟਕਾਇਓ, ਕਹਾ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪਛਾ ਕੋ ਸੀਸ ਨਵਾਇਓ। ਕਉ ਬੁਤਾਨ ਕੋ ਪੂਜਤ ਹੈ ਪਸ਼, ਕਉ ਮਿਰਤਾਨ ਕੋ ਪੂਜਨ ਧਾਇਓ। ਧਾਇਓ ਮਤਲਬ ਦੌੜਨਾ, ਕੋਈ ਮੁਰਦੇ ਪੂਜਣ ਵਾਸਤੇ ਹੀ ਭੱਜਿਆ ਜਾਂਦਾ। ਪਰ ਅਖੀਰ ਫੈਸਲਾ ਗੁਰੂ ਸਾਹਿਬ ਕੀ ਦਿੰਦੇ? ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਗੁਰੂ ਕਲਗੀਧਰ ਸਾਹਿਬ ਨੂੰ ਪੜ੍ਹੋ। ਸਤਿਗੁਰੂ ਜੀ ਨੇ ਕਵਿਤਾਂ ਵਿੱਚ ਜ਼ਿਕਰ ਕਰਦਿਆਂ ਦੱਸਦੇ, ਅਲੱਗ-ਅਲੱਗ ਤਰੀਕੇ ਅਪਣਾਏ ਨਾ। ਕਿਸੇ ਨੇ ਮੈਲ ਖਾਣੀ ਸ਼ੁਰੂ ਕਰਤੀ, ਕੋਈ ਗੰਦਾ ਰਹਿ ਕੇ ਗੁਜ਼ਾਰਾ ਕਰੀ ਜਾਂਦਾ, ਕੋਈ ਮਸਾਣਾਂ ਵਿੱਚ ਤੁਰਿਆ ਫਿਰਦਾ, ਕੋਈ ਮੜੀਆਂ ਵਿੱਚ ਤੁਰਿਆ ਫਿਰਦਾ। ਮੱਲ ਕਹਿੰਦੇ ਮੈਂ ਜਦੋਂ ਇਹਨਾਂ ਨੂੰ ਵੇਖਦਾ ਤੇ ਕੋਈ ਬਹੁਤਾ ਜ਼ਿਆਦਾ ਮੈਨੂੰ ਇਹਨਾਂ ਵਿੱਚੋਂ ਧਰਮ ਨਜ਼ਰ ਹੀ ਨਹੀਂ ਪਿਆ, ਕਿਉਂਕਿ ਇਹ ਜਿਹੜੇ ਕਰਮ ਇਨਸਾਨ ਹੋ ਕੇ ਕਰ ਰਹੇ, ਇਹ ਜਾਨਵਰ ਪਸ਼ੂ ਪੰਛੀ ਵੀ ਕਰੀ ਜਾਂਦੇ। ਬਾਪੂ ਜੀ ਆਖਦੇ, ਕਹਿੰਦੇ ਖੂਕ ਮਲ ਹਾਰੀ ਗੱਜ ਗਧਾ ਵਿਭੂਤ ਧਾਰੀ, ਗਿਦੂਆ ਮਸਾਨ ਬਾਸ ਕਰਿਓ ਹੀ ਕਰਤ ਹੈ। ਹੁਣ ਇਹਨਾਂ ਵਿੱਚ ਜ਼ਿਕਰ ਕੀਤਾ, ਕਹਿੰਦੇ ਖੂਕ, ਖੂਕ ਕਹਿੰਦੇ ਸੂਰ ਨੂੰ। ਬੰਦੇ ਨੂੰ ਲੱਗਦਾ ਵੀ ਮੈਲ ਖਾ ਕੇ ਸ਼ਾਇਦ ਮੈਂ ਰੱਬ ਨੂੰ ਪਾਲਾਂਗਾ। ਮਾਲਾ ਕਹਿੰਦੇ ਵੀ ਤੇਰੇ ਨਾਲੋਂ ਪਹਿਲੋਂ ਤੇ ਸੂਰ ਰੱਬ ਦਾ ਉਪਾਸ਼ਕ ਬਣ ਜਾਂਦਾ, ਜਾਂ ਇਉਂ ਕਹਿ ਲਈਏ ਵੀ ਤੇਰੇ ਨਾਲੋਂ ਪਹਿਲੋਂ ਤੇ ਸੂਰ ਰੱਬ ਬਣ ਜਾਂਦਾ, ਕਿਉਂਕਿ ਉਹ ਤੇ ਰਹਿੰਦਾ ਹੀ ਮੈਲ 'ਚ। ਤੂੰ ਪਿੰਡੇ ਤੇ ਸਵਾਹ ਮਲ ਕੇ ਕਹਿੰਦਾ ਕਿ ਮੈਂ ਵਿਭੂਤ ਧਾਰੀ ਹਾਂ, ਮੈਂ ਧਰਮੀ ਹਾਂ, ਮੈਂ ਤਿਆਗੀ ਹਾਂ। ਮੱਲ ਕਹਿੰਦੇ ਗਧੇ ਨੂੰ ਵੇਖੀ ਹਾਂ ਕਦੇ ਸਵਾਹ ਤੇ ਲੇਟਦਾ। ਗਿਦੂਆ ਮਸਾਨ ਖੂਕ ਮਲ ਹਾਰੀ ਗੱਜ ਗਧਾ, ਹਾਥੀ ਤੇ ਗਧਾ, ਗੱਜ ਹਾਥੀ ਗਧਾ। ਹੁਣ ਹਾਥੀ ਨੂੰ ਨਵਾਓ, ਉਹ ਕੀ ਕਰਦਾ? ਸੁੰਡ ਨਾਲ ਸਵਾਹ ਚੁੱਕਦਾ, ਫਿਰ ਉੱਤੇ ਪਾ ਲੈਂਦਾ। ਗਧੇ ਨੂੰ ਨਵਾਓ, ਕੀ ਕਰਦਾ? ਫਿਰ ਲੇਟਣੀਆਂ ਮਾਰਦਾ ਉਸੇ ਤਰ੍ਹਾਂ ਰੇਤਾ 'ਚ। ਫਿਰ ਕਹਿੰਦੇ ਵੀ ਘਰ-ਬਾਰ ਛੱਡ ਕੇ ਬੰਦਾ ਕਹਿੰਦਾ ਵੀ ਮਸਾਣਾ 'ਚ ਚੱਲੀਏ। ਮੱਲ ਕਹਿੰਦੇ ਕਦੇ ਗਿੱਦੜ ਵੇਖੀ, ਉਹਦਾ ਤੇ ਘਰ ਹੀ ਮਸਾਣਾ ਵਿੱਚ ਹੈ। ਗਿਦੂਆ ਮਸਾਨ ਬਾਸ ਕਰਿਓ ਹੀ ਕਰਤ ਹੈ, ਉਹ ਤੇ ਰਹਿੰਦਾ ਹੀ ਉੱਥੇ, ਉਹਨੇ ਤੇ ਆਪਣਾ ਘਰ ਉਹਨਾਂ ਨੂੰ ਬਣਾਇਆ ਹੋਇਆ। ਫਿਰ ਗੁਰੂ ਕਲਗੀਧਰ ਸਾਹਿਬ ਨੇ ਅਗਲਾ ਫੈਸਲਾ ਦਿੱਤਾ, ਕਿਉਂਕਿ ਅਲੱਗ-ਅਲੱਗ ਬੰਦੇ ਨੇ ਅਲੱਗ-ਅਲੱਗ ਰਸਤਾ ਅਪਣਾਇਆ। ਕਿਸੇ ਨੇ ਰਸਤਾ ਅਪਣਾ ਲਿਆ, ਮਾਲਕ ਜੀ ਕਹਿੰਦੇ ਵੀ ਕੋਈ ਆਪਣੇ ਪੈਰਾਂ ਤੋਂ ਨੰਗਾ ਤੁਰਿਆ ਜਾਂਦਾ, ਕਹਿੰਦਾ ਵੀ ਮੈਂ ਰੱਬ ਨੂੰ ਪਾ ਲੈਣਾ। ਮਾਲਕ ਕਹਿੰਦੇ ਵੇਖੋ ਹਾਂ ਜੰਗਲ 'ਚ ਕਿਹਨੇ ਜੁੱਤੀ ਪਾਈ? ਜੰਗਲ ਦੇ ਵਿੱਚ ਕਿਸੇ ਜਾਨਵਰ ਨੇ, ਕਿਸੇ ਪਸ਼ੂ ਨੇ ਜੁੱਤੀ ਪਾਈ ਹੋਵੇ ਵੀ ਉਹ ਖਵੇ ਵੀ ਮੈਨੂੰ ਰੱਬ ਨਹੀਂ ਮਿਲਣਾ ਤੇ ਬਾਕੀ ਸਾਰਿਆਂ ਨੂੰ ਰੱਬ ਮਿਲ ਜਾਣਾ, ਕਿਉਂਕਿ ਮੇਰੇ ਪੈਰੀਂ ਜੁੱਤੀ ਪਾਈ ਹੈ। ਮਾਲਕ ਕਹਿੰਦੇ ਤੇਰੇ ਨਾਲੋਂ ਪਹਿਲੋਂ ਰੱਬ ਬਣ ਗਏ ਹੁੰਦੇ। ਫਿਰ ਰਹੀ ਗੱਲ ਸਤਿਗੁਰੂ ਕਹਿੰਦੇ ਦਿਗੰਬਰ ਹੋ ਕੇ ਫਿਰਨ ਦੀ। ਦਿਗੰਬਰ ਕਹਿੰਦੇ ਉਹਨਾਂ ਨੂੰ ਜਿਹੜੇ ਵਸਤਰਾਂ ਤੋਂ ਰਹਿਤ ਫਿਰਦੇ। ਕਈਆਂ ਨੇ ਵਸਤਰਾਂ ਦਾ ਵੀ ਤਿਆਗ ਕੀਤਾ ਨਾ ਵੀ ਰੱਬ ਮਿਲ ਜੇਗਾ। ਮਾਲਕ ਕਹਿੰਦੇ ਵੀ ਵੇਖੋ ਹਾਂ ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਤ ਹੈ। ਬਾਂਦਰ ਤੇ ਹਮੇਸ਼ਾ ਹੀ ਪੈਰੋਂ ਨੰਗੇ ਤੇ ਵਸਤਰਾਂ ਤੋਂ ਹੀਣੇ ਨੇ। ਕਿਤੇ ਜਦੋਂ ਇਹਨਾਂ ਨੂੰ ਡੂੰਘਾਈ ਨਾਲ ਇਸ ਪਾਵਨ ਬਚਨ ਨੂੰ ਪੜ੍ਹਦੇ ਨਾ, ਤੇ ਸਤਿਗੁਰੂ ਜੀ ਜਦੋਂ ਜਿਹੜੇ
ਵਿਦਵਾਨਾਂ ਨੇ ਅਰਥ ਕੀਤੇ ਇਹਨਾਂ ਦੇ, ਉਹ ਤੇ ਇੱਥੋਂ ਤੱਕ ਵੀ ਜ਼ਿਕਰ ਕਰਦੇ ਵੀ ਗੁਰੂ ਸਾਹਿਬ ਦਾ ਆਖਣਾ ਵੀ ਉਹ ਗਿੱਦੜਾਂ ਤੋਂ ਵੱਧ ਕੇ, ਬਾਂਦਰਾਂ ਤੋਂ ਵੱਧ ਕੇ, ਉਹ ਸੂਰ ਤੋਂ ਵੱਧ ਕੇ ਕੁਝ ਵੀ ਨਹੀਂ, ਜਿਹੜੇ ਇਹ ਕਰਮ ਕਰਦੇ ਹੋਇਆਂ ਸੋਚ ਰਹੇ ਕਿ ਅਸੀਂ ਧਰਮੀ ਆ। ਹੁਣ ਬਾਪੂ ਜੀ ਕਹਿੰਦੇ ਜਾਨੋ ਨਾ ਹੀ ਭਾਵੈ ਕਵਨ ਬਾਤਾ। ਕਿਹੜੀ ਬਾਤ? ਰੱਬ ਨੂੰ ਕਿਹੜੀ ਗੱਲ ਗੱਲ ਤੇ ਇਹ ਸੀ ਵੀ ਰੱਬ ਨੂੰ ਕੀ ਚੰਗਾ ਲੱਗਦਾ, ਰੱਬ ਜੀ ਨੂੰ ਕੀ ਪਾਏਗਾ। ਗੁਰੂ ਅਰਜਨ ਸਾਹਿਬ ਜੀ ਫੈਸਲਾ ਦੇ ਦਿੰਦੇ, ਕਹਿੰਦੇ ਪਾਠ ਪੜਿਓ ਅਰ ਵੇਦ ਵੀ ਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ। ਪਿਆਰੇ ਇਨ ਵਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ ਹਾਰ, ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਤਰੀਕਾ ਤੇ ਇਹੀ ਸੀ, ਪਰ ਕਰਦਾ ਕੀ ਰਿਹਾ, ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰ ਵਤ ਧਰਾਏ, ਮਨ ਕੀ ਮੈਲ ਨਾ ਉਤਰੈ, ਇਹ ਬਿਦ ਜੇ ਲੱਖ ਯਤਨ ਕਰਾਏ। ਕਨਕ ਕਾਮਨੀ ਹੈਵਰ ਗੈਵਰ, ਬਹੁ ਬਿਦ ਦਾਨ ਦਾ ਤਾਰਾ, ਅੰਨ ਵਸਤਰ ਭੂਮ ਬਹੁ ਅਰਪੇ, ਨਹ ਮਿਲਿਐ ਹਰ ਦੁਆਰਾ। ਰੱਬ ਕਿੱਥੇ ਹੈ? ਕੋਈ ਤਰੀਕੇ ਨਾਲ ਰੱਬ ਮਿਲਿਆ ਹੋਵੇ। ਜੇ ਰੱਬ ਜੀ ਨੂੰ ਮਿਲਣ ਦਾ ਤਰੀਕਾ ਇਹੋ ਹੁੰਦਾ ਤੇ ਗੁਰੂ ਅਰਜਨ ਸਾਹਿਬ ਰਹਾਉ ਦੀ ਪੰਕਤੀ 'ਚ ਇਹ ਨਹੀਂ ਸੀ ਆਖਦੇ, ਪਿਆਰੇ ਇਨ ਵਿਦ ਮਿਲਣ ਨਾ ਜਾਈ। ਆਹ ਤਰੀਕੇ ਨਹੀਂ ਰੱਬ ਨੂੰ ਮਿਲਣ ਦੇ, ਜਿੱਦਾਂ ਤੂੰ ਤੁਰਿਆ ਫਿਰਦਾ। ਬਾਪੂ ਜੀ ਨੂੰ ਪੜੋ, ਤੇਰਾ ਪਹਿਨਿਆ ਪਹਿਰਾਵਾ ਲੋਕਾਂ ਨੂੰ ਭਰਮਾ ਸਕਦਾ ਹੈ, ਰੱਬ ਨੂੰ ਥੋੜੀ। ਤੇ ਭਗਤ ਕਬੀਰ ਸਾਹਿਬ ਜੀ ਬੜਾ ਪਿਆਰਾ ਫੈਸਲਾ ਦਿੰਦੇ, ਕਹਿੰਦੇ ਗੱਜ ਸਾਢੇ ਤੈ ਤੈ ਧੋਤੀਆਂ, ਤੇਹਰੇ ਪਾਇਣ ਤੱਗ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਿਬੱਗ। ਓਏ ਹਰ ਕੇ ਸੰਤ ਨਾ ਆਖੀਐ, ਬਾਨਾਰਸ ਕੇ ਠੱਗ। ਐਸੇ ਸੰਤ ਨਾ ਮੋਕੋ ਭਾਵੇਂ, ਡਾਲਾ ਸਿਉ ਪੇਡਾ ਗਟਕਾਵੇਂ। ਫਲ ਖਾਂਦੇ ਤੇ ਵੇਖੇ ਹੋਣਗੇ, ਫਲ ਖਾਣ ਵਾਲੇ ਖਾਈ ਦੇ। ਭਗਤ ਕਬੀਰ ਸਾਹਿਬ ਕਹਿੰਦੇ ਤੇ ਟਾਹਣੀਆਂ ਵੀ ਨਹੀਂ ਛੱਡਦੇ, ਟਾਹਣੀਆਂ ਵੀ ਖਾ ਜਾਂਦੇ। ਟਾਹਣੀਆਂ ਤੇ ਛੱਡੋ, ਕਹਿੰਦੇ ਜੜਾਂ ਵੀ ਨਹੀਂ ਛੱਡਦੇ, ਉਹ ਵੀ ਖਾ ਹੀ ਜਾਂਦੇ। ਡਾਲਾ ਸਿਉ ਪੇਡਾ, ਪੇਡਾ ਕਿਹਨੂੰ ਕਹਿੰਦੇ? ਪੇੜ ਨੂੰ। ਗਟਕਾਵੇਂ, ਸਾਰਾ ਕੁਝ ਹੀ ਖਾ ਜਾਂਦੇ। ਗਟਕਾ ਗਏ ਨਾ, ਮਤਲਬ ਖਾ ਲਿਆ, ਬਸ ਅੰਦਰ ਲੰਘਾ ਲਿਆ। ਜਿਹੜਾ ਸਾਹਮਣੇ ਆਇਆ ਉਹ ਖਤਮ ਕਰ ਦੇਣਾ ਤੇ ਕਹਿਣਾ ਕੀ? ਅਸੀਂ ਧਰਮੀ ਆ। ਜਿਹੜੇ ਮਾਰਗ ਤੇ ਅਸੀਂ ਚੱਲ ਰਹੇ ਆ, ਇਹੋ ਰੱਬ ਜੀ ਦੇ ਉਪਾਸ਼ਕਾਂ ਦਾ ਰਾਹ ਹੈ। ਇਦਾਂ ਹੀ ਹੁਣ ਫਿਰ ਬਾਬਾ ਜੀ ਨੂੰ ਪੜੋ, ਭਗਤ ਕਬੀਰ ਸਾਹਿਬ, ਕਿਉਂਕਿ ਬਾਬਾ ਕਬੀਰ ਸਾਹਿਬ ਦੀ ਬਾਣੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕੀ ਬਾਣੀ ਜਦੋਂ ਆਪਾਂ ਪੜ੍ਹਦੇ ਨਾ, ਇਹ ਦੋ ਸ਼ਖਸੀਅਤਾਂ ਦੀ ਗੁਰਬਾਣੀ ਜਦੋਂ ਪੜ੍ਹਦੇ ਤੇ ਇਹਨਾਂ ਨੇ ਨਾ ਜਿਹੜੇ ਕਰਮ ਕਾਂਡ ਨੇ ਉਹਨਾਂ ਤੇ ਭਾਰੀ ਚੋਟ ਕੀਤੀ। ਬਾਬਾ ਕਬੀਰ ਜੀ, ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀਂ ਕਾਰਨ, ਅਰਜ ਉਰਜ ਕੈ ਪਚ ਮੂਆ, ਚਾਰੋਂ ਬੇਤੋਂ ਇਦੂ ਤਾਂ ਉੱਠਿਆ ਹੀ ਨਹੀਂ। ਕਾਰਨ ਕੀ ਹੈ? ਕਿਉਂਕਿ ਚਲਾਕ ਬਹੁਤ। ਜਿਹੜਾ ਧਰਮ ਦਾ ਆਗੂ ਲੋਕਾਂ ਨੂੰ ਆਪਣੇ ਮਗਰ ਲਾਉਣਾ ਚਾਹੁੰਦਾ ਨਾ, ਉਹਦਾ ਸਭ ਤੋਂ ਵੱਡਾ ਵੀ ਉਹਦੇ ਕੋਲ ਸ਼ਾਤਰਤਾ ਹੋਣੀ ਲਾਜ਼ਮੀ ਹੈ। ਤੇ ਇਹ ਚਲਾਕ ਬਹੁਤ ਹੈ, ਕਿਉਂਕਿ 6 ਕਰਮ ਜਦੋਂ ਕੀਤੇ ਨਾ, 6 ਕਰਮ ਨਿਯੁਕਤ ਕੀਤੇ ਤੇ 6 ਕਰਮਾਂ ਦੇ ਵਿੱਚ ਇਹਨੇ ਇੱਕ ਸਭ ਤੋਂ ਵਧੀਆ ਕਰਮ ਸੀ ਉਹ ਆਪਣੇ ਕੋਲ ਰੱਖ ਲਿਆ, ਵਿਦਿਆ ਪੜ੍ਹਨੀ ਤੇ ਵਿਦਿਆ ਪੜਾਉਣੀ। ਤੇ ਪੜ੍ਹਨੀ ਕਿੰਨੇ? ਜਿਹੜਾ ਉੱਚ ਜਾਤੀ ਦਾ ਮਾਲਕ ਹੋਏਗਾ। ਪੜਾਉਣੀ ਕਿੰਨੇ ਹੈ? ਜਿਹੜਾ ਉੱਚ ਜਾਤੀ ਦਾ ਮਾਲਕ ਹੋਏਗਾ। ਕਿਉਂਕਿ ਜਿਵੇਂ ਮਿੱਥ ਲਿਆ ਨਾ ਵੀ ਅਸੀਂ ਉੱਚ ਜਾਤੀ ਵਾਲੇ ਆ, ਸਾਡਾ ਕੰਮ ਹੈ ਵਿਦਿਆ ਪੜ੍ਹਨਾ ਤੇ ਪੜਾਉਣਾ। ਸਾਡੇ ਤੋਂ ਥੱਲੇ ਵਾਲਾ ਨਾ ਤੇ ਸਕੂਲੇ ਜਾ ਸਕਦਾ ਤੇ ਨਾ ਕਿਤਾਬ ਹੱਥ 'ਚ ਫੜ ਸਕਦਾ। ਫਿਰ ਇਹਨਾਂ ਨੇ ਤਰਕੀਬ ਖੇਡੀ। ਹੁਣ ਸੀ ਸੰਸਕ੍ਰਿਤ ਭਾਸ਼ਾ, ਜਦੋਂ ਧਾਰਮਿਕ ਗ੍ਰੰਥਾਂ ਦੀ ਆਪਾਂ ਗੱਲ ਕਰਦੇ ਹਾਂ, ਧਾਰਮਿਕ ਗ੍ਰੰਥਾਂ ਦੀ ਭਾਸ਼ਾ ਸੰਸਕ੍ਰਿਤ ਹੈ। ਸੰਸਕ੍ਰਿਤੀ ਆਮ ਬੰਦਾ ਨਹੀਂ ਪੜ੍ਹ ਸਕਦਾ, ਉਹੀ ਪੜ੍ਹੇਗਾ ਜਿਹਨੂੰ ਪੜ੍ਹਨੀ
ਆਉਂਦੀ ਹੈ। ਪੜ੍ਹਾਏਗਾ ਕੌਣ? ਜਿਹੜਾ ਆਪ ਪੜ੍ਹਨੀ ਜਾਣਦਾ। ਦੂਜੇ ਨੂੰ ਸਿਖਾਏਗਾ ਤੇ ਅਗਲਾ ਸਿੱਖ ਜਾਏਗਾ। ਜਦੋਂ ਸਿਖਾਈ ਨਾ ਤੇ ਸਿੱਖਣਾ। ਹੁਣ ਇਹਨੂੰ ਹੋਰ ਸੌਖਾ ਕਰਦੇ ਆ, ਸਾਡੇ ਵਿੱਚ ਕਿਵੇਂ ਚੱਲ ਰਿਹਾ ਸਾਰਾ ਕੁਝ। ਗੁਰਬਾਣੀ ਜਿਹੜੇ ਤੇ ਪੜ੍ਹ ਲੈਂਦੇ ਮੁਬਾਰਕਬਾਦ, ਜਿਨ੍ਹਾਂ ਨੂੰ ਪੜ੍ਹਨੀ ਨਹੀਂ ਆਉਂਦੀ ਉਹਨਾਂ ਕੋਸ਼ਿਸ਼ ਵੀ ਨਹੀਂ ਕੀਤੀ ਤੇ ਹੋਇਆ ਕੀ? ਜਿਹੜੇ ਪੜ੍ਹ ਕੇ ਸੁਣਾਉਣ ਵਾਲੇ ਸੀ ਉਹ ਆਪਣੀ ਮਰਜ਼ੀ ਨਾਲ ਸੁਣਾਉਣੀ ਸ਼ੁਰੂ ਕਰ ਲਈ। ਜਦੋਂ ਆਪਣੀ ਮਰਜ਼ੀ ਨਾਲ ਸੁਣਾਉਣੀ ਸ਼ੁਰੂ ਕਰ ਲਈ, ਅਸੀਂ ਕੀ ਮੰਨਣਾ? ਜੋ ਅਗਲੇ ਨੇ ਸੁਣਾਤਾ ਆਹੀ ਠੀਕ ਹੈ। ਹੁਣ ਅਗਲਾ ਗੁਰਬਾਣੀ ਦੇ ਚਾਹੇ ਅਰਥ ਠੀਕ ਕਰ ਜਾਏ, ਅਗਲਾ ਗੁਰਬਾਣੀ ਦੇ ਅਰਥ ਭਾਵੇਂ ਅਨਰਥ ਕਰ ਜਾਏ, ਅਸੀਂ ਮੰਨ ਲੈਣਾ ਕਿਉਂਕਿ ਅਸੀਂ ਗਿਆਨ ਤੋਂ ਸੱਖਣੇ ਆ। ਹੁਣ ਕੀ ਹੋਏਗਾ? ਜਦੋਂ ਉਹ ਬੋਲ ਕੇ ਸਾਨੂੰ ਸੋਝੀ ਹੁੰਦੀ ਜਾਂ ਪਤਾ ਹੁੰਦਾ ਤੇ ਅਸੀਂ ਸਵਾਲ ਕਰਦੇ, ਜੀ ਇਹ ਗੱਲ ਕਿੱਥੇ ਗੁਰਬਾਣੀ ਵਿੱਚ ਲਿਖੀ, ਸਾਨੂੰ ਦੱਸੋ। ਅਸੀਂ ਤੁਹਾਨੂੰ ਸਾਨੂੰ ਚਾਹੇ 100 ਵਿੱਚੋਂ 10% ਹੀ ਸਾਨੂੰ ਗਿਆਨ ਹੁੰਦਾ, ਬਹੁਤਾ ਨਹੀਂ। ਜਪਜੀ ਬਾਣੀ ਜਦੋਂ ਪੜ੍ਹਦੇ ਤੇ ਜਪਜੀ ਵਿੱਚੋਂ ਅਸੀਂ ਸਵਾਲ ਖੜਾ ਕਰ ਲੈਂਦੇ, ਕਿਉਂਕਿ ਜਪਜੀ ਦੇ ਵਿੱਚ ਗੁਰੂ ਸਾਹਿਬ ਨੇ ਕੋਈ ਐਸਾ ਵਿਸ਼ਾ ਨਹੀਂ ਜਿਹੜਾ ਗੁਰਬਾਣੀ ਦੇ ਵਿਚਲਾ ਨਾ ਛੋਹਿਆ ਹੋਵੇ। ਹਰ ਵਿਸ਼ਾ ਜਪਜੀ ਦੀ ਬਾਣੀ ਵਿੱਚ ਸਤਿਗੁਰੂ ਨੇ ਛੋਹਿਆ। ਇਸੇ ਕਰਕੇ ਜਿਹੜੇ ਭਲੇ ਵਿਦਵਾਨ ਪੁਰਸ਼ ਨੇ ਨਾ, ਉਹਨਾਂ ਨੇ ਜਪਜੀ ਦੀ ਬਾਣੀ ਨੂੰ, ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਇੱਕ ਸ਼ਬਦ ਦੀ ਰਹਾਉ ਦੀ ਪੰਕਤੀ ਹੈ, ਇਸੇ ਤਰ੍ਹਾਂ ਉਹ ਜਪਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਕੀ ਰਹਾਉ ਦੀ ਪੰਕਤੀ ਕਹਿੰਦੇ ਨੇ। ਜਪਜੀ ਦੀ ਬਾਣੀ ਰਹਾਉ ਦੀ ਪੰਕਤੀ ਹੈ ਤੇ ਰਹਾਉ ਦੀ ਪੰਕਤੀ ਦੀ ਖਾਸੀਅਤ ਕੀ ਹੈ? ਸਾਰੇ ਸ਼ਬਦ ਨੇ ਉਹਦੇ ਦੁਆਲੇ ਘੁੰਮਣਾ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਪਜੀ ਦੇ ਇਰਦ ਗਿਰਦ ਘੁੰਮੇਗੀ। ਤੇ ਜੇ ਸਾਨੂੰ ਸੋਝੀ ਹੁੰਦੀ ਤੇ ਅਸੀਂ ਸਵਾਲ ਖੜਾ ਕਰ ਲੈਂਦੇ, ਪਰ ਸਾਨੂੰ ਸੋਝੀ ਹੈ ਹੀ ਨਹੀਂ। ਪੜ੍ਹਨ ਵਾਲੇ ਨੇ ਜਿੱਦਾਂ ਪੜ੍ਹ ਕੇ ਸੁਣਾਇਆ ਅਸੀਂ ਸੁਣ ਲਿਆ। ਤੇ ਉਹ ਸੀ ਧਰਮ ਦਾ ਆਗੂ, ਆਪਣੇ ਆਪ ਨੂੰ ਅਗਵਾਈ ਕਰਨ ਵਾਲਾ ਦੱਸਦਾ ਸੀ। ਤੇ ਉਹ ਅਗਵਾਈ ਕਰਨ ਵਾਲਾ ਛਾਤਰ ਇੰਨਾ ਕਹਿ ਵੀ ਉਹ ਕਹਿੰਦਾ ਵੀ ਧਰਮੀ ਮੈਂ ਹੀ ਹਾਂ, ਤੁਹਾਨੂੰ ਤੇ ਅਜੇ ਤੱਕ ਇਹ ਨਹੀਂ ਪਤਾ ਲੱਗਾ ਧਰਮ ਕਮਾਈ ਦਾ ਕਿਵੇਂ। ਤੇ ਬਾਪੂ ਜੀ ਅੱਜ ਕੀ ਕਹਿ ਰਹੇ? ਜਾਨੋ ਨਾ ਹੀ ਭਾਵੈ ਕਵਣ ਬਾਤਾ। ਜੇ ਗੁਰੂ ਨਾਨਕ ਸਾਹਿਬ ਜੀ ਨੂੰ ਪੜ੍ਹਦੇ ਆ ਆਪਾਂ, ਬਾਪੂ ਜੀ ਆਖਦੇ, ਕਹਿੰਦੇ ਮੂੰਹੋਂ ਕੇ ਬੋਲਣ ਬੋਲੀ ਐ ਜਿਤ ਸੁਣ ਧਰੇ ਪਿਆਰ। ਸਵਾਲ ਕਿਵ ਸੁਚਿਆਰਾ ਹੋਈ ਐ ਕਿਵ ਕੂੜਾ ਟੁੱਟੇ ਪਾਲ। ਫੇਰ ਕੇ ਅੱਗੇ ਰੱਖੀ ਐ ਜਿਤ ਦਿਸੈ ਦਰਬਾਰ। ਇਹ ਉਹ ਸਵਾਲ ਨੇ ਜਿਹੜੇ ਰੱਬ ਜੀ ਦੇ ਸਾਹਮਣੇ ਨੇ। ਹੁਣ ਇੱਥੇ ਜਾਨੋ ਨਾ ਹੀ ਭਾਵੈ ਕਵਨ ਬਾਤਾ, ਵੀ ਰੱਬ ਜੀ ਮੈਂ ਤੁਹਾਡੇ ਪ੍ਰਕਾਸ਼ ਹੋਣ ਯੋਗ ਬਣਨਾ ਚਾਹੁੰਦਾ, ਮੈਨੂੰ ਤਰੀਕਾ ਦੱਸੋ। ਮੈਂ ਐਸੀ ਕਿਹੜੀ ਵਸਤੂ ਤੁਹਾਡੇ ਅੱਗੇ ਰੱਖਾਂ ਤੁਸੀਂ ਉਹ ਵਸਤੂ ਵੇਖ ਕੇ ਪ੍ਰਸੰਨ ਹੋ ਜਾਓ। ਮੈਂ ਐਸਾ ਆਪਣੀ ਜ਼ੁਬਾਨ ਤੋਂ ਕਿਹੜਾ ਸ਼ਬਦ ਬੋਲਾਂ ਤੁਸੀਂ ਸੁਣ ਕੇ ਮੇਰੇ ਤੇ ਪ੍ਰਸੰਨ ਹੋ ਜਾਓ ਵੀ ਬੜਾ ਵਧੀਆ ਬੋਲਿਆ ਭਾਈ। ਪਰ ਜਵਾਬ ਕੀ? ਜਾਣਦੇ ਨਹੀਂ ਆ ਨਾ ਭਾਵੇਂ। ਫਿਰ ਗੁਰੂ ਨਾਨਕ ਸਾਹਿਬ ਨੇ ਲੁਕੋ ਕੇ ਨਹੀਂ ਰੱਖਿਆ ਕੁਛ, ਮਾਲਕ ਨੇ ਦੱਸਿਆ ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਲ ਮੂੰਹੋਂ ਕੇ ਬੋਲਣ ਬੋਲੀਆ ਜਿਤ ਸੁਣ ਧਰਿਆ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਫਿਰ ਕੀ ਹੋਏਗਾ? ਕਰਮੀ ਆਵੇ ਕੱਪੜਾ, ਬਖਸ਼ਿਸ਼ ਦਾ ਕੱਪੜਾ ਮਿਲੇਗਾ। ਨਦਰੀ ਮੋਖ ਦੁਆਰ, ਉਹਦੀ ਬਖਸ਼ਿਸ਼ ਨਾਲ ਫਿਰ ਕੀ ਮਿਲਦਾ? ਮੋਖ ਦੁਆਰ, ਮੁਕਤੀ ਦਾ ਦਰਵਾਜ਼ਾ, ਜਿਹਨੂੰ ਲੱਭਣ ਵਾਸਤੇ ਜ਼ੋਰ ਲੱਗਾ ਪਿਆ। ਤੇ ਮੁਕਤੀ ਦਾ ਦਰਵਾਜ਼ਾ ਬਣਾਇਆ ਕਿੱਦਾਂ ਦਾ? ਜਿੱਦਾਂ ਦਾ ਕਿਸੇ ਦਾ ਚਿੱਤ ਕੀਤਾ ਉਦਾਂ ਦਾ ਹੀ ਬਣਾ ਲਿਆ। ਪਰ ਭਗਤ ਕਬੀਰ ਸਾਹਿਬ ਨੂੰ ਪੁੱਛੋ, ਭਗਤ ਕਬੀਰ ਸਾਹਿਬ ਕਹਿੰਦੇ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਭਾਏ। ਮਨ ਤਉ ਮੈਗਲ ਹੋਏ ਰਹਿਓ ਕਿਉਂ ਕਰ ਨਿਕਸੈ ਜਾਏ। ਕਿੱਦਾਂ ਨਿਕਲਾਂਗੇ? ਬੜਾ ਨਿੱਕਾ ਜਿਹਾ ਉਹਦੇ ਦਰਵਾਜ਼ਾ। ਮਨ ਜਿਹੜਾ ਉਹ ਮੈਗਲ ਬਣ ਕੇ ਬੈਠਾ। ਮੈਗਲ ਕਹਿੰਦੇ ਹਾਥੀ ਨੂੰ।
ਮਨ ਹਾਥੀ ਬਣ ਕੇ ਬੈਠਾ ਹੈ ਤੇ ਮੁਕਤ ਦੁਆਰਾ ਸ਼ੰਕੁਰਾ ਬੜਾ ਛੋਟਾ ਜਿਹਾ ਰਾਈ ਦੇ ਦਾਣੇ ਦਾ 10ਵਾਂ ਹਿੱਸਾ। ਰਾਈ ਦਾ ਦਾਣਾ ਵੀ ਸਾਬਤ ਨਹੀਂ, ਉਹਦਾ ਵੀ 10ਵਾਂ ਹਿੱਸਾ। ਹੁਣ ਉਹ ਨਿੱਕੇ ਜਿਹੇ ਦਾਣੇ ਦਾ 10ਵਾਂ ਹਿੱਸਾ ਕਿੰਨਾ ਕੁ ਹੋਏਗਾ? ਉਹ ਤੇ ਇੱਕ ਦਾਣਾ ਹੱਥ ਵਿੱਚੋਂ ਉਦਾਂ ਡਿੱਗ ਪਏ ਥੱਲੇ ਤੇ ਉਹ ਨਹੀਂ ਦਿਸਦਾ, ਤੇ ਜੇ ਉਹਦਾ 10ਵਾਂ ਹਿੱਸਾ ਹੋਏਗਾ ਤੇ ਉਹਦੇ ਚੋਂ ਲੰਘਣਾ ਕਿੱਦਾਂ? ਤੇ ਮਨ ਹਾਥੀ ਬਣ ਕੇ ਬੈਠਾ। ਪਰ ਇਹ ਨਹੀਂ ਵੀ ਬਾਬਾ ਕਬੀਰ ਸਾਹਿਬ ਜੀ ਨੇ ਆਖਿਆ ਵੀ ਹੁਣ ਲੰਘਿਆ ਨਹੀਂ ਜਾਣਾ। ਉਹ ਕਹਿੰਦੇ ਵੀ ਕਿਤੇ ਰੱਬ ਦੀ ਪ੍ਰੇਮਾ ਭਗਤੀ ਵਿੱਚ ਜੁੜਤੇ ਸਹੀ ਹੋਏਗਾ ਕਿ ਮੁਕਤ ਦੁਆਰਾ ਮੋਕਲਾ ਖੁੱਲਾ ਹੋ ਜਾਂਦਾ। ਫਿਰ ਸਹਿਜੇ ਉਹ 10ਵਾਂ ਹਿੱਸਾ ਵੀ ਖੁੱਲ ਜਾਂਦਾ ਹੈ, ਸਹਿਜੇ ਆਵੋ ਜਾਓ, ਕਿਉਂਕਿ ਮਨ ਇੰਨਾ ਕੁ ਬਾਰੀਕ ਹੋ ਜਾਂਦਾ, ਉਹ ਰੱਬ ਵਿੱਚ ਹੀ ਸਮਾ ਜਾਂਦਾ। ਫਿਰ ਜਿਹੇ ਦਰ ਆਵਤ ਜਾਤਿਓ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਉਹ ਕਿਵੇਂ ਛੱਡ ਦਈਏ? ਮਨ ਖੋਜ ਮਾਰਗ ਰਾਹ ਲੱਭ, ਰਸਤਾ ਕੀ? ਤੇ ਸਾਡੇ ਕੋਲ ਰਾਹ ਕੀ ਹੈ? ਭਾਈ ਗੁਰਦਾਸ ਜੀ ਫੈਸਲਾ ਦਿੰਦੇ, ਕਹਿੰਦੇ ਗਾਏ ਸੁਣੈ ਆਂਖੈ ਮੀਚੈ, ਪਾਈਏ ਨਾ ਪਰਮ ਪਦ। ਅਸੀਂ ਤੇ ਆਹੀ ਸਮਝੀ ਬੈਠੇ ਨਾ ਵੀ ਗਾ ਲਿਆ, ਸੁਣ ਲਿਆ, ਅੱਖਾਂ ਮੀਚ ਕੇ ਰੱਬ ਰੱਬ ਕਰ ਲਿਆ ਤੇ ਅਸੀਂ ਬੜੇ ਵੱਡੇ ਭਗਤ ਹਾਂ। ਗੁਰੂ ਨਾਨਕ ਸਾਹਿਬ ਨੂੰ ਜਦੋਂ ਪੜ੍ਹਦੇ ਨਾ, ਮਾਲਕ ਪਾਤਸ਼ਾਹ ਜੀ ਨੇ ਇਹੀ ਗੱਲ ਸਮਝਾਉਂਦੇ ਆ ਭਾਈ ਸੱਜਣ ਨੂੰ ਕਿਹਾ ਸੀ, ਕਹਿੰਦੇ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸੰਨ, ਘੁੱਟ ਘੁੱਟ ਜੀਆਂ ਖਾਵਣੇ, ਬੱਗੇ ਨਾ ਕਹੀ ਅੰਨ। ਸਰੀਰ ਤੇ ਕੀ? ਬੱਗਾ ਐ ਚਿੱਟਾ, ਕੱਪੜੇ ਚਿੱਟੇ, ਮਤਲਬ ਬਿਲਕੁਲ ਸਾਫ ਸੁਥਰੇ, ਵੀ ਮੈਲ ਤੇ ਲੱਗਣ ਹੀ ਨਹੀਂ ਦੇਣੀ। ਤੇ ਰਹਿਣਾ ਕਿੱਥੇ? ਤੀਰਥਾਂ ਦੇ ਉੱਤੇ। ਤੇ ਤੀਰਥਾਂ ਤੇ ਬਹਿ ਕੇ ਕੀ ਕਰਨਾ? ਅੱਖਾਂ ਮੀਚ ਲੈਣੀਆਂ, ਇੱਕ ਲੱਤ ਤੇ ਖੜੋ ਜਾਣਾ। ਬਗਲ ਸਮਾਧੀ ਇਸੇ ਨੂੰ ਕਹਿੰਦੇ। ਬਗਲਾ ਜਦੋਂ ਵੀ ਡੱਡੂ ਤੇ ਮੱਛੀ ਦੀ ਤਾਕ ਚ ਬਹਿੰਦਾ ਨਾ, ਉਦੋਂ ਕੀ ਕਰਦਾ? ਇੱਕ ਲੱਤ ਤੇ ਖੜੋਂਦਾ, ਤੇ ਖੜੋਣਾ ਵੀ ਉਹਨੇ ਐ ਦਰਿਆ ਦੇ ਵਿੱਚ ਜਾ ਕੇ। ਤੇ ਹੁਣ ਵੇਖਣ ਵਾਲਾ ਤੇ ਕਹਿ ਹੀ ਦਿੰਦਾ ਨਾ ਵੀ ਸਾਧੂ ਹੈ ਭਾਈ। ਮੱਛੀ ਨੇ ਕੀ ਸੋਚ ਲਿਆ? ਬਗਲੇ ਜੀ ਦੀ ਸਮਾਧੀ ਲੱਗੀ। ਡੱਡੂ ਕੀ ਸੋਚ ਕੇ ਬੈਠਾ? ਵੀ ਬਗਲਾ ਜੀ ਸਮਾਧੀ ਲਾ ਕੇ ਬੈਠੇ। ਹੁਣ ਇਹਨਾਂ ਨੇ ਕਿਹੜਾ ਕੁਛ ਕਹਿਣਾ? ਸਾਧੂ ਤੇ ਭਲੇ ਹੁੰਦੇ ਨੇ, ਸਾਧੂ ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦੇ। ਸਾਡੀ ਸੋਚ ਵੀ ਤੇ ਇਹੀ ਕਹਿੰਦੀ ਨਾ। ਹੁਣ ਅਸੀਂ ਇਸ ਗੱਲ ਤੋਂ ਅਣਜਾਣ ਆ ਉਹ ਸਾਧੂ ਹੈ ਕਿ ਨਹੀਂ, ਇਸ ਗੱਲ ਤੋਂ ਅਸੀਂ ਅਣਜਾਣ ਆ। ਬਸ ਅਸੀਂ ਵੇਖਿਆ ਵੀ ਉਹ ਬੈਠਾ ਸਮਾਧੀ ਲਾਈ ਬੈਠਾ, ਤੇ ਉਹਦੇ ਸਰੀਰ ਉੱਤੇ ਦੇ ਵਸਤਰ, ਉਹਦੇ ਸਰੀਰ ਉੱਪਰਲਾ ਪਹਿਰਾਵਾ ਦੱਸ ਰਿਹਾ ਵੀ ਸਾਧੂ ਹੈ। ਅੰਦਰ ਕੀ ਚੱਲ ਰਿਹਾ ਸਾਨੂੰ ਪਤਾ। ਹੁਣ ਬਗਲਾ ਜੀ ਜਦੋਂ ਸਮਾਧੀ ਲਾ ਕੇ ਖੜੋਂਦੇ ਨੇ, ਡੱਡੂ ਤੇ ਮੱਛੀ ਨੇ ਕੀ ਵੇਖਿਆ? ਇੱਕ ਲੱਤ ਤੇ ਖੜੋਤੇ ਨੇ, ਅੱਖਾਂ ਉਹਨਾਂ ਦੀਆਂ ਬੰਦ ਨੇ, ਤੇ ਉਹ ਸਮਾਧੀ ਲਾਈ ਬੈਠੇ। ਉਹ ਉੱਥੇ ਆ ਜਾਂਦੇ ਜਿੱਥੇ ਬਗਲਾ ਜੀ ਖੜੇ, ਫਿਰ ਉਹਦੇ ਦੁਆਲੇ ਦੁਆਲੇ। ਤੇ ਅਗਲਾ ਕੀ ਕਰਦਾ? ਮਿੰਟ ਲਾਉਂਦਾ, ਮਾਰਦਾ ਚੁੰਝ ਉਸੇ ਹੀ ਛੱਪੜ ਚ। ਤੇ ਜਾਂ ਜੇ ਡੱਡੂ ਆ ਗਿਆ ਤੇ ਉਹ ਸਬੂਤਾ, ਜੇ ਮੱਛੀ ਆ ਗਈ ਤੇ ਉਹ ਵੀ ਸਬੂਤੀ ਹੀ ਨੰਗਾ ਜਾਣੀ। ਤੇ ਮੱਲ ਕਹਿੰਦੇ ਕਦੇ ਖਿਆਲ ਕਰ, ਜੇ ਪਹਿਰਾਵਾ ਇਸ ਗੱਲ ਦਾ ਦਾਅਵਾ ਕਰਦਾ ਹੁੰਦਾ ਤੇ ਫਿਰ ਭਾਈ ਸੱਜਣ ਨੂੰ ਜਾ ਕੇ ਗੁਰੂ ਨਾਨਕ ਸਾਹਿਬ ਕਿਉਂ ਕਹਿੰਦੇ? ਨਾਮ ਹੀ ਸੱਜਣ ਹੈ ਕਿ ਕੰਮ ਵੀ ਸੱਜਣਾ ਵਾਲੇ ਕਰਦਾ ਹੈ। ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਹ ਕਲਯੁਗੀ ਪੰਡੇ ਕੋਲ ਜਾ ਕੇ ਕਿਉਂ ਆਖਦੇ? ਮਗਰ ਪਾਛੈ ਕਛ ਨਾ ਸੂਝੈ ਇਹ ਪਦਮ ਅਲੋ। ਕਿਉਂ ਕਹਿੰਦੇ ਸਤਿਗੁਰੂ ਜੀ ਜਾ ਕੇ? ਮਾਲਕ ਪਾਤਸ਼ਾਹ ਕਿਉਂ ਉੱਥੇ ਜਾ ਕੇ ਆਖਦੇ? ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ
ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਗੁਰੂ ਨਾਨਕ ਸਾਹਿਬ ਨੂੰ ਕਿਉਂ ਕਹਿਣਾ ਪਿਆ? ਕਿਉਂਕਿ ਨਜ਼ਰੀ ਪੈ ਰਿਹਾ ਕਿ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਹੈ। ਮਨ ਖੋਜ ਮਾਰਗ, ਕਹਿੰਦੇ ਰਾਹ ਲੱਭ। ਬਾਪੂ ਜੀ ਨੇ ਨਾ ਫਲਗੁਣ ਦੇ ਮਹੀਨੇ 'ਚ ਬੜਾ ਪਿਆਰਾ ਉਪਦੇਸ਼ ਦਿੱਤਾ। ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ। ਹੁਣ ਅਸੀਂ ਕਿਉਂਕਿ ਜਿਹੜਾ ਤੇ ਗੁਰੂ ਅਰਜਨ ਸਾਹਿਬ ਉਪਦੇਸ਼ ਦੇ ਰਹੇ, ਕਹਿੰਦੇ ਵੀ ਰੱਬ ਦੇ ਪਿਆਰੇ ਜਿਹੜੇ ਉਹ ਰਸਤੇ ਵਿੱਚ ਸਹਾਇਕ ਬਣਦੇ। ਕਿਸ ਰਸਤੇ ਵਿੱਚ? ਅਕਾਲ ਪੁਰਖ ਪਰਮੇਸ਼ਵਰ ਨੂੰ ਮਿਲਣ ਵਾਲੇ ਰਾਹ ਵਿੱਚ। ਉਹਨਾਂ ਨੇ ਰੱਬ ਨੂੰ ਮਿਲਣ ਦੀ ਗੱਲ ਕਰਨੀ, ਆਪਣੇ ਆਪ ਨੂੰ ਮਿਲਣ ਦੀ ਨਹੀਂ। ਤੇ ਬਾਬਾ ਕਬੀਰ ਜੀ ਦੱਸਦੇ, ਕਹਿੰਦੇ ਜਿਹ ਮਾਰਗ ਪੰਡਿਤ ਗਏ ਪਾਛੈ ਪਰੀ ਵਹੀਰ, ਇੱਕ ਆਓ ਘਟ ਘਾਟੀ RAM ਕੀ ਤੇਹ ਚੜ ਰਹਿਓ। ਕਬੀਰ ਕਹਿੰਦੇ ਮੈਂ ਚੜ ਰਿਹਾ ਉੱਥੇ, ਰਾਹ ਪਥ ਕਠਿਨ ਹੈ, ਪਰ ਇਹ ਨਹੀਂ ਵੀ ਮੈਂ ਚੜਨਾ ਬੰਦ ਕਰਤਾ, ਮੈਂ ਚੱਲ ਰਿਹਾ। ਤੇ ਉਸ ਰਸਤੇ ਤੇ ਚੱਲਦੇ ਆ, ਫਲ ਗੁਣ ਆਨੰਦ ਉਪਾਰਜਣਾ, ਹਰ ਸੱਜਣ ਪ੍ਰਗਟੇ ਆਏ। ਜ਼ਿੰਦਗੀ ਆਨੰਦ ਭਰੀ ਬਣ ਜਾਂਦੀ। ਜਾਨੋ ਨਾਹੀ ਭਾਵੈ ਕਵਣ ਬਾਤਾ। ਜੇ ਅੱਜ ਅਸੀਂ ਆਪਣੇ ਆਪ ਨੂੰ ਹੀ ਸਵਾਲ ਕਰਕੇ ਪੁੱਛੀਏ ਨਾ, ਤੇ ਸਾਡੇ ਕੋਲ ਵੀ ਜਵਾਬ ਨਹੀਂ ਕਿ ਰੱਬ ਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ। ਹਾਂ, ਗੁਰਬਾਣੀ ਦਾ ਜਦੋਂ ਫੈਸਲਾ ਵੇਖਦੇ ਆ, ਕਿਉਂਕਿ ਧਰਮ ਦੇ ਕਰਮ ਤੇ ਹਰ ਇਨਸਾਨ ਅੱਜ ਦੇ ਸਮੇਂ 'ਚ ਕਰ ਰਿਹਾ, ਹਰ ਬੰਦਾ ਕਰੀ ਜਾਂਦਾ। ਧਰਮ ਦਾ ਪਹਿਰਾਵਾ ਵੀ ਪਹਿਨੀ ਬੈਠਾ ਹੈ, ਧਰਮ ਦਾ ਲਿਬਾਸ ਵੀ ਪਾਈ ਬੈਠਾ, ਧਰਮ ਅਸਥਾਨ ਤੇ ਵੀ ਚਲੇ ਜਾਂਦਾ ਹੈ, ਦਾਨ ਪੁੰਨ ਵੀ ਕਰ ਲੈਂਦਾ, ਇਹ ਸਾਰਾ ਕੁਝ ਕਰ ਲੈਂਦਾ। ਪਰ ਕੀ ਸਾਡਾ ਇਹ ਸਭ ਕੁਝ ਕੀਤਾ ਹੋਇਆ ਪ੍ਰਵਾਨ ਹੋ ਜਾਂਦਾ ਹੈ? ਸਵਾਲ ਤੇ ਇੱਥੇ ਖੜਾ ਨਾ, ਵੀ ਕੀ ਜੇ ਮੈਂ ਦਾਨ ਕੀਤਾ ਤੇ ਮੈਂ ਰੱਬ ਨੂੰ ਚੰਗਾ ਲੱਗ ਗਿਆ? ਕੀ ਜੇ ਮੈਂ ਤੀਰਥ ਤੇ ਜਾ ਕੇ ਇਸ਼ਨਾਨ ਕੀਤਾ ਤੇ ਕੀ ਮੈਂ ਰੱਬ ਨੂੰ ਭਾ ਗਿਆ? ਕੀ ਜੇ ਮੈਂ ਜਪ ਤਪ ਕਰ ਲਏ ਤੇ ਮੈਂ ਰੱਬ ਨੂੰ ਚੰਗਾ ਲੱਗ ਗਿਆ? ਫਿਰ ਬਾਪੂ ਜੀ ਤੋਂ ਪੁੱਛੋ। ਸਤਿਗੁਰੂ ਕਹਿੰਦੇ ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲ ਕਾ ਮਾਣ। ਹੁਣ ਇਹਨਾਂ ਤੇ ਕਾਟਾ ਫੇਰਤਾ। ਮੰਨ ਕਹਿੰਦੇ ਰੱਬ ਕਿਵੇਂ ਮਿਲੇਗਾ? ਸੁਣਿਆ, ਮੰਨਿਆ, ਮਨ ਕੀਤਾ ਭਾਵੋ, ਅੰਤਰਗਤ ਤੀਰਥ ਮਲ ਨਾ ਹੋ। ਜਿੱਦਣ ਆਪਣੇ ਅੰਦਰੋਂ ਮਨ ਤੇ ਲੱਗੀ ਮੈਲ ਲਾ ਦੇਗਾ ਨਾ ਸੱਜਣਾ, ਰੱਬ ਉਦਣ ਮਿਲਣਾ। ਉਦੋਂ ਪਹਿਲੋਂ ਜੋ ਮਰਜ਼ੀ ਕਰਦਾ ਚਲੋ। ਕੀਤਾ ਕੀ ਕੁਛ? ਸਤਿਗੁਰੂ ਕਹਿੰਦੇ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨਿਹਫਲ ਜਾਤ ਤੇਹ ਜਿਉ ਕੁੰਚਰ ਇਸ਼ਨਾਨ। ਮਨ ਖੋਜ ਮਾਰਗ ਰਾਹ ਲੱਭ, ਮਨ ਰਸਤਾ ਲੱਭ। ਤੇ ਰਾਹ ਭਗਤ ਕਬੀਰ ਸਾਹਿਬ ਜੀ ਨੂੰ ਪੁੱਛੋ। ਭਗਤ ਕਬੀਰ ਸਾਹਿਬ ਕਹਿੰਦੇ ਜੇ ਤੀਰਥ ਉੱਤੇ ਇਸ਼ਨਾਨ ਕੀਤਿਆਂ ਰੱਬ ਮਿਲਦਾ ਹੈ ਤੇ ਫਿਰ ਕਹਿੰਦੇ ਡੱਡੂ ਤੇ ਬ੍ਰਹਮ ਗਿਆਨੀ ਹੋਣਾ ਚਾਹੀਦਾ ਸੀ। ਔਰ ਵਾਕਈ ਭਗਤ ਕਬੀਰ ਸਾਹਿਬ ਕਹਿੰਦੇ ਜਲ ਕੈ ਮੱਜਣ ਜੇ ਗਤ ਹੋਵੇ, ਨਿਤ ਨਿਤ ਮੇਂਢੁਕ ਨਾਵੇ। ਜੈਸੇ ਮੇਂਢੁਕ ਤੈਸੇ ਓਏ ਨਰ, ਫਿਰ ਜੋ ਕਹਿੰਦੇ ਜਿੱਦਾਂ ਡੱਡੂ ਉਦਾਂ ਹੀ ਉਹ ਬੰਦਾ। ਫੈਸਲਾ ਭਗਤ ਕਬੀਰ ਸਾਹਿਬ ਦਾ। ਜੈਸੇ ਮੇਂਢੁਕ, ਜਿੱਦਾਂ ਮੇਂਢੁਕ ਹੈ, ਤੈਸੇ ਓਏ ਨਰ, ਉਵੇਂ ਹੀ ਉਹ ਬੰਦਾ। ਫਿਰ ਜੁਨੀ ਆਵੇ, ਭਟਕਦਾ ਫਿਰਦਾ। ਕਿਹੜਾ? ਜਲ ਕੈ ਮੱਜਣ ਜੇ ਗਤ ਹੋਵੇ। ਜਿਹੜਾ ਇਹ ਗੱਲ ਕਹਿ ਰਿਹਾ ਵੀ ਜਲ ਦੇ ਮੱਜਣ ਨਾਲ ਗਤੀ ਹੋ ਜਾਣੀ ਹੈ। ਭਗਤ ਕਬੀਰ ਸਾਹਿਬ ਜੀ ਨੂੰ ਜਦੋਂ ਪੜ੍ਹਦੇ ਆ ਨਾ, ਉਹਨਾਂ ਦਾ ਇੱਕ ਸ਼ਬਦ ਬੜਾ ਪਿਆਰਾ,
ਜਿੱਥੇ ਉਹ ਜ਼ਿਕਰ ਕਰਦੇ ਆ ਆਖਦੇ ਕਹਿੰਦੇ ਬਿੰਦ ਰਾਖ ਜੇ ਤਰੀਐ ਭਾਈ ਖੁਸਰੈ ਕਿਉਂ ਨਾ ਪਰਮ ਗਤ ਪਾਈ। ਇਹ ਸਾਰਾ ਸ਼ਬਦ ਪੜੋ। ਸਾਰੇ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਨੇ ਨਾ ਇੱਕ ਇੱਕ ਕਰਮ ਦਾ ਪਾਜ ਉਘੇੜਿਆ। ਕਹਿੰਦੇ ਜੇ ਮੁੰਡਨ ਕਰਵਾਉਣ ਦੇ ਨਾਲ ਰੱਬ ਮਿਲਦਾ, ਕਹਿੰਦੇ ਭੇਡ ਨੂੰ ਪੁੱਛ ਕੇ ਵੇਖਾਂ ਬ੍ਰਹਮ ਗਿਆਨੀ ਬਣੀ ਕਿ ਨਹੀਂ, ਵੀ ਉਹਦੇ ਤੇ। ਔਰ ਤੇਰਾ ਮੁੰਡਨ ਕਰਨ ਨਾਲ ਕਿਸੇ ਦਾ ਲਾਭ ਨਹੀਂ ਹੋਇਆ, ਭੇਡ ਦਾ ਮੁੰਡਨ ਕਰਨ ਨਾਲ ਕਿੰਨਿਆਂ ਦਾ ਲਾਭ ਹੋਇਆ? ਕਿਉਂ? ਉਸੇ ਦੀ ਉੱਨ ਤੋਂ ਕੱਪੜੇ ਬਣਨੇ ਨਾ। ਤੇ ਤੇਰੇ ਸਿਰ ਨੂੰ ਮੁੰਨਣ ਨਾਲ ਜਾਂ ਸਰੀਰ ਨੂੰ ਮੁੰਨਣ ਨਾਲ ਤੇਰਾ ਕਿਸੇ ਦਾ ਕੀ ਸਵਾਰੇਗਾ ਤੂੰ? ਤੇ ਕਹਿੰਦੇ ਜੇ ਮੋਨ ਰੱਖਿਆ ਰੱਬ ਮਿਲਦਾ, ਪ੍ਰਭੂ ਜੀ ਦੀ ਪ੍ਰਾਪਤੀ ਹੁੰਦੀ। ਭਗਤ ਕਬੀਰ ਸਾਹਿਬ ਕਹਿੰਦੇ ਰੁੱਖਾਂ ਨੂੰ ਪੁੱਛ ਖਾਂ ਵੀ ਰੱਬ ਮਿਲਿਆ, ਜੋ ਤੇ ਵਿਚਾਰੇ ਪੈਦਾ ਵੀ ਜ਼ਬਾਨ ਤੋਂ ਸਖਣੇ ਹੀ, ਵੱਡੇ ਵੀ ਜ਼ਬਾਨ ਤੋਂ ਸਖਣੇ ਹੀ, ਮਰੇ ਵੀ ਜ਼ਬਾਨ ਤੋਂ ਸਖਣੇ। ਉਹ ਸਾਰੀ ਜ਼ਿੰਦਗੀ ਨਹੀਂ ਬੋਲ ਸਕੇ, ਫਿਰ ਤੇ ਉਹ ਰੱਬ ਸੀ। ਪਰ ਨਹੀਂ, ਇਸ ਤਰੀਕੇ ਪਰਮੇਸ਼ਵਰ, ਇਹ ਸਾਰੇ ਕਰਮ ਜਿਹੜੇ ਨਾ, ਹਾਂ ਇਹ ਤੇ ਹੋ ਸਕਦਾ ਵੀ ਅਸੀਂ ਸਰੀਰ ਨੂੰ ਇਹਨਾਂ ਕਰਮਾਂ ਨਾਲ ਸਾਧ ਲਈਏ, ਕਾਇਆ ਕਾਬੂ ਚ ਕਰ ਲਈਏ, ਸਾਡੀ ਕਾਇਆ ਸਾਡੇ ਵੱਸ ਚ ਹੋ ਸਕਦੀ, ਇਹਦੇ ਵਿੱਚ ਕੋਈ ਦੋਰਾਵਾਂ ਨਹੀਂ। ਪਰ ਇਹ ਸੋਚ ਕੇ ਕਰਮ ਕਰਨਾ ਵੀ ਏਦਾਂ ਰੱਬ ਮਿਲ ਜਾਣਾ ਹੈ, ਤੇ ਸਭ ਤੋਂ ਵੱਡੀ ਸਾਡੀ ਭੁੱਲ ਹੈ। ਫਿਰ ਮਨ ਖੋਜ ਮਾਰਗ, ਮਨਾ ਰਾਹ ਲੱਭ, ਰਸਤਾ ਕਿਹੜਾ ਜਿਹੜਾ ਰੱਬ ਜੀ ਨੂੰ ਪਾਉਂਦਾ। ਕਿਉਂਕਿ ਅਜੇ ਤੱਕ ਸਾਨੂੰ ਨਹੀਂ, ਫਿਰ ਦੱਸਿਆ ਵੀ ਗੁਰੂ ਸਾਹਿਬ ਨੇ ਸਾਰੇ ਸ਼ਬਦ ਵਿੱਚ ਵੀ ਕਿਹੜੇ ਕਿਹੜੇ ਕਰਮ ਜੀਵ ਕਰ ਰਹੇ ਨੇ। ਮਾਲਕ ਜੀ ਫਿਰ ਉਹ ਦੱਸਦੇ ਆ, ਸਾਨੂੰ ਸਮਝਾਉਂਦੇ ਹਨ। ਧਿਆਨੀ ਧਿਆਨ ਲਾਵਹਿ, ਗਿਆਨੀ ਗਿਆਨ ਕਮਾਵਹਿ, ਪ੍ਰਭ ਕੇ ਨਹੀਂ ਜਾਤਾ। ਧਿਆਨ ਜਿਹੜਾ ਲਾਉਣ ਵਾਲਾ ਧਿਆਨੀ ਹੈ, ਉਹ ਕਹਿੰਦਾ ਵੀ ਮੈਨੂੰ ਪਤਾ ਧਰਮ ਕਿਵੇਂ ਕਮਾਈ, ਆਹੀ ਧਰਮ ਹੈ। ਕਿਉਂਕਿ ਧਿਆਨ ਜੋੜਨ ਨੂੰ ਉਹ ਧਰਮ ਮੰਨਦਾ। ਤੇ ਗਿਆਨ ਇਕੱਠਾ ਕਰਨ ਵਾਲਾ, ਗਿਆਨ ਪੜ੍ਹਨ ਵਾਲਾ, ਗਿਆਨ ਬੋਲਣ ਵਾਲਾ, ਗਿਆਨ ਸੁਣਨ ਵਾਲਾ ਕੀ ਕਹਿੰਦਾ? ਮੈਨੂੰ ਪੁੱਛੋ ਜੀ ਰੱਬ ਦੇ ਘਰ ਨੂੰ ਰਾਹ ਕਿਹੜਾ ਜਾਂਦਾ? ਮੈਨੂੰ ਪਤਾ। ਪ੍ਰਭ ਕਿਨ ਹੀ ਜਾਤਾ। ਭਗਤ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਵੀ ਰੱਬ ਕਿਸੇ ਨੂੰ ਹੀ ਮਿਲਿਆ। ਜ਼ਰੂਰੀ ਨਹੀਂ ਵੀ ਹਰ ਧਿਆਨ ਲਾਉਣ ਵਾਲੇ ਦਾ ਧਿਆਨ ਲੱਗਾ ਹੀ ਹੈ, ਕਿਉਂਕਿ ਇਹਦਾ ਫੈਸਲਾ ਗੁਰੂ ਨਾਨਕ ਸਾਹਿਬ ਨੇ ਵੀ ਦਿੱਤਾ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਕਹਿੰਦੇ ਭਾਵੇਂ ਲਗਾਤਾਰ ਸਮਾਧੀ ਲਾ ਕੇ ਬੈਠਾ ਰਵਾਂ, ਪਰ ਸਕੂਨ ਨਹੀਂ, ਰੱਬ ਦੀ ਪ੍ਰਾਪਤੀ ਨਹੀਂ ਹੈ। ਇਹ ਜਿਹੜੀ ਪੌੜੀ ਪਹਿਲੀ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ। ਇਹ ਸਾਰੇ ਰੱਬ ਦੀ ਪ੍ਰਾਪਤੀ ਦੇ ਤਰੀਕੇ ਦੱਸੇ ਸੀ ਉਹਨਾਂ ਦੇ ਜਿਹੜੇ ਲੋਕ ਕਰ ਰਹੇ ਨੇ। ਤੇ ਅਖੀਰ 'ਚ ਆ ਕੇ ਕਹਿੰਦੇ ਕਿਵ ਸਚਿਆਰਾ ਹੋਈ ਹੈ, ਵੀ ਇਦਾਂ ਤੇ ਸਚਿਆਰ ਹੋਇਆ ਨਹੀਂ ਜਾਣਾ। ਵੀ ਫਿਰ ਦੱਸੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਚਿਆਰ ਕਿਵੇਂ? ਸਚਿਆਰ ਮਤਲਬ ਸੱਚ ਦੇ ਪ੍ਰਕਾਸ਼ ਹੋਣ ਯੋਗ, ਮਤਲਬ ਅਸੀਂ ਰੱਬ ਦੀ ਪ੍ਰਾਪਤੀ ਕਿਵੇਂ ਕਰੀਏ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਭਾਵੇਂ ਲੱਖਾਂ ਵਾਰੀ ਮੈਂ ਕਰ ਲਾਂ ਸੋਚ ਸੁਚਮਤਾ। ਫਿਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ, ਧਿਆਨੀ ਧਿਆਨ ਲਾਵੇ, ਬੈਠਾ ਰਹਿ ਸਮਾਧੀ ਲਾ ਕੇ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਤੂੰ ਛੱਡ ਕੇ ਬਹਿ ਜਾ ਸਾਰਾ ਕੁਛ। ਸਹਿਸ ਸਿਆਣਪਾਂ ਗਿਆਨੀ ਗਿਆਨ ਕਮਾਵੇ। ਸਿਆਣਾ ਕਿਹਨੂੰ ਕਵਾਂਗੇ? ਜਿਹਦੇ ਕੋਲ ਗਿਆਨ ਹੋਏਗਾ। ਮੱਲ ਕਹਿੰਦੇ ਭਾਵੇਂ ਹਜ਼ਾਰਾਂ ਲੱਖਾਂ ਚੁੱਕੀ ਫਿਰ,
ਤਾਂ ਇੱਕ ਨਾ ਚੱਲੈ ਨਾਲ, ਇੱਕ ਵੀ ਨਾਲ ਚੱਲਣ ਵਾਲੀ ਨਹੀਂ। ਗਿਆਨੀ ਗਿਆਨ ਕਮਾਵੈ, ਧਿਆਨੀ ਧਿਆਨ ਲਾਵੈ, ਪ੍ਰਭ ਕਿਨਹੀ, ਰੱਬ ਦੱਸੋ ਕਿਹਦੇ ਕੋਲ ਹੈ। ਜਾਂ ਤੇ ਗਿਆਨ ਕਮਾਉਣ ਵਾਲਾ, ਜਿਹਨੇ ਗਿਆਨ ਖੱਟਿਆ, ਗਿਆਨ ਅਪਣਾਇਆ ਨਹੀਂ ਜ਼ਿੰਦਗੀ ਵਿੱਚ, ਸਿਰਫ ਗਿਆਨ ਇਕੱਠਾ ਕੀਤਾ ਹੈ, ਰੱਬ ਮਿਲ ਜਾਏਗਾ। ਸੁਰਤ ਨਹੀਂ ਜੁੜੀ, ਸਰੀਰ ਸਾਧ ਲਿਆ ਬਸ, ਵੀ ਭਾਵੇਂ 2 ਦਿਨ ਬੈਠਾ ਰਵਾਂ ਤੇ ਭਾਵੇਂ 4 ਦਿਨ ਬੈਠਾ ਰਵਾਂ, ਪਰ ਸੁਰਤ ਨਹੀਂ ਟਿਕੀ, ਰੱਬ ਮਿਲ ਜਾਏਗਾ। ਰੱਬ ਕਿਨਹੀ, ਕਿਨਹੀ ਦਾ ਮਤਲਬ ਕੋਈ ਵਿਰਲਾ। ਇਸੇ ਕਰਕੇ ਗੁਰੂ ਸਾਹਿਬ ਨੂੰ ਫੈਸਲਾ ਦਿੰਦਿਆਂ ਆਖਣਾ ਪਿਆ, ਹੈਨ ਵਿਰਲੇ ਨਾਹੀਂ ਘਣੇ, ਫੈਲ ਫੱਕੜ ਸੰਸਾਰ। ਫੱਕੜ ਮਾਰਨ ਵਾਲੇ ਬਹੁਤ ਨੇ, ਪਰ ਰੱਬ ਨੂੰ ਪਾਉਣ ਵਾਲਾ ਕੋਈ ਵਿਰਲਾ ਹੀ ਹੈ। ਕੋਈ ਟਾਵਾਂ ਹੈ ਜਿਹਦੇ ਕੋਲ ਰੱਬ ਹੈ, ਰੱਬ ਦੀਆਂ ਗੱਲਾਂ ਕਰਨ ਵਾਲੇ ਸਾਰੇ ਹੀ ਨੇ। ਜਿਹਨੂੰ ਸਤਿਗੁਰੂ ਜੀ ਨੇ ਨਾ, ਗੁਰੂ ਨਾਨਕ ਸਾਹਿਬ ਜੀ ਨੇ ਇੱਕ ਥਾਂ ਤੇ ਹੋਰ ਬੜਾ ਪਿਆਰਾ ਜ਼ਿਕਰ ਕੀਤਾ, ਕਿਉਂਕਿ ਧਿਆਨ ਲਾ ਲਿਆ ਨਾ, ਤੇ ਧਿਆਨ ਲਾ ਕੇ ਗਿਆਨ ਕਮਾ ਕੇ ਕੀ ਆਖਣ ਲੱਗ ਜਾਂਦਾ ਵੀ ਮੈਂ ਧਿਆਨੀ ਤੇ ਮੈਂ ਗਿਆਨੀ ਆ। ਤੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਜ਼ਿਕਰ ਕੀਤਾ, ਉਹਨਾਂ ਇੱਕ ਬੜਾ ਪਿਆਰਾ ਸ਼ਬਦ ਹੈ ਜਿੱਥੇ ਉਹ ਜ਼ਿਕਰ ਕਰਦੇ ਆ, ਕਿਉਂਕਿ ਅਗਾਂਹ ਜਾ ਕੇ ਗੁਰੂ ਅਰਜਨ ਸਾਹਿਬ ਨੇ ਵੀ ਇਸੇ ਗੱਲ ਦਾ ਜ਼ਿਕਰ ਕਰਨਾ। ਔਰ ਜਦੋਂ ਧਿਆਨ ਔਰ ਗਿਆਨ ਦੀ ਗੱਲ ਆਈ ਤੇ ਭਾਈ ਗੁਰਦਾਸ ਜੀ ਨੇ ਆਖਿਆ, ਕਹਿੰਦੇ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ। ਸਾਰੇ ਗਿਆਨਾਂ ਦੇ ਵਿੱਚੋਂ ਗਿਆਨ ਉੱਚਾ ਗੁਰੂ ਦਾ, ਤੇ ਧਿਆਨਾਂ ਦੇ ਵਿੱਚੋਂ ਧਿਆਨ ਉੱਚਾ ਗੁਰੂ ਦਾ। ਮਤਲਬ ਜੇ ਧਿਆਨ ਧਰਨਾ ਤੇ ਗੁਰੂ ਦਾ ਰੱਖ, ਜੇ ਗਿਆਨ ਲੈਣਾ ਤੇ ਗੁਰੂ ਕੋਲੋਂ ਲੈ। ਤੇ ਗੁਰੂ ਸਾਹਿਬ ਫਿਰ ਸਾਨੂੰ ਸਿੱਧੇ ਰਸਤੇ ਉੱਤੇ ਪਾਉਂਦੇ ਹਨ। ਭਗਉਤੀ ਰਹਿਤ ਜੁਗਤਾ, ਜੋਗੀ ਕਹਿਤ ਮੁਕਤਾ, ਤਪਸੀ ਤਪ ਹੈ ਰਾਤਾ। ਭਗਉਤੀ ਜਦੋਂ ਤੇ ਅਖਰੀ ਅਰਥ ਕਰਾਂਗੇ ਤੇ ਇਹਨੂੰ ਕਹਿੰਦੇ ਭਗਵਤ ਦੇ ਉਪਾਸ਼ਕਾਂ ਲਈ ਲਫ਼ਜ਼ ਵਰਤਿਆ ਜਾਂਦਾ, ਭਗਉਤੀ। ਅਖਰੀ ਅਰਥ ਜਦੋਂ ਕਰਦੇ, ਹੁਣ ਇਹ ਕਹਿੰਦੇ ਭਗਉਤੀ ਰਹਿਤ ਜੁਗਤਾ। ਇਹ ਬੜੀਆਂ ਜੁਗਤੀਆਂ ਵਿੱਚ ਰਹਿੰਦੇ ਨੇ। ਇਹ ਜੁਗਤੀਆਂ ਜ਼ਿਆਦਾਤਰ ਕੀ ਕਰਦੇ, ਇਹਨਾਂ ਦੇ ਕੋਲ ਜਿਹੜੀ ਜੁਗਤੀ ਹੁੰਦੀ ਨਾ, ਇਹ ਰੱਖਦੇ ਵਰਤ, ਉਪਵਾਸ, ਫਾਸਟ, ਕੋਈ ਲਫ਼ਜ਼ ਵਰਤ ਲਈਏ। ਫਿਰ ਜਿਹੜੀ ਇਹਨਾਂ ਕੋਲ ਮਾਲਾ ਹੋਏਗੀ ਉਹ ਤੁਲਸੀ ਦੀ ਹੋਏਗੀ, ਔਰ ਹੋਰ ਸੰਜਮ ਰੱਖਣਗੇ। ਇਹਨਾਂ ਦੀ ਜੁਗਤੀ ਹੈ। ਇਹ ਇਸੇ ਜੁਗਤੀ ਵਿੱਚ ਹੀ ਉਲਝੇ ਪਏ ਨੇ। ਬਾਪੂ ਜੀ ਨੇ ਜਦੋਂ ਫੈਸਲਾ ਦਿੱਤਾ, ਹੁਣ ਇਹ ਕਹਿੰਦੇ ਵਰਤ ਰੱਖਣਾ ਚਾਹੀਦਾ, ਜੁਗਤੀ ਹੈ ਰੱਬ ਨੂੰ ਮਿਲਣ ਦੀ। ਗੁਰੂ ਨਾਨਕ ਸਾਹਿਬ ਕਹਿੰਦੇ ਅੰਨ ਨਾ ਖਾਹੀ ਦੇਹੀ ਦੁੱਖ ਦੀਜੈ। ਰੱਬ ਕਿੱਥੇ? ਰੱਬ ਮਿਲਿਆ ਵੀ ਕਹਿੰਦੇ ਵੱਧ ਤੋਂ ਵੱਧ ਇਹ ਹੋ ਸਕਦਾ ਵੀ ਤੂੰ ਅੰਨ ਨਹੀਂ ਖਾਦਾ ਤੇ ਤੂੰ ਆਪਣੇ ਸਰੀਰ ਨੂੰ ਦੁੱਖ ਦੇ ਸਕਦਾ, ਇਦੋਂ ਵੱਧ ਕੇ ਕੁਝ ਨਹੀਂ। ਫਿਰ ਬਾਪੂ ਜੀ ਤੋਂ ਫੈਸਲਾ ਪੁੱਛੋ, ਭਗਤ ਕਬੀਰ ਸਾਹਿਬ ਤੋਂ, ਬਾਬਾ ਫਰੀਦ ਜੀ ਤੋਂ ਪੁੱਛੋ। ਇੱਕ ਥਾਂ ਤੇ ਭਗਤ ਕਬੀਰ ਸਾਹਿਬ ਜੀ ਆਖਦੇ, ਕਹਿੰਦੇ ਮਨ ਮੂੰਡਿਆ ਨਹੀਂ ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਮਨ ਕੀਆ ਮੂੰਡਾ ਮੂੰਡ ਅਜਾਏ। ਬਾਬਾ ਫਰੀਦ ਜੀ ਕਹਿੰਦੇ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡਣਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਸੰਭਾਲ। ਕਿੱਥੇ ਤੁਰਿਆ ਫਿਰਦਾ ਤੂੰ? ਸਰੀਰ ਨੂੰ ਦੁੱਖ ਦੇਖੇ ਕੀ ਸਾਬਤ ਕਰੇਗਾ? ਤਨ ਨਾ ਤਪਾਏ ਤਨੂਰ ਜਿਉ, ਛੱਡ ਦੇ ਇਹਨੂੰ ਤੰਦੂਰ ਵਾਂਗੂ ਤਪਾਉਣਾ ਛੱਡ ਦੇ। ਹਾਂ, ਇੱਕ ਥਾਂ ਤੇ ਉਹ ਆਪ ਕਹਿੰਦੇ, ਜਿੱਥੇ ਬਾਬਾ ਫਰੀਦ ਜੀ ਜਾ ਕੇ ਕਹਿੰਦੇ ਵੀ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਉਹ ਲਾ ਦੇ, ਉਹਦਾ ਫਾਇਦਾ ਕੀ? ਹੁਣ ਉੱਥੇ ਇਹ ਨਹੀਂ ਕਿਹਾ ਵੀ ਤੂੰ ਸਿਰ ਵੱਢ ਕੇ ਰੱਬ ਪਾ ਲਾ, ਕਹਿੰਦੇ ਜਿਹੜਾ ਰੱਬ ਅੱਗੇ ਸਿਰ ਨਹੀਂ ਝੁਕਦਾ ਉਹ ਵੱਢ ਦੇ।
ਇੱਕ ਥਾਂ ਤੇ ਆਖਿਆ ਕੁੰਨੇ ਹੇਠ ਜਲਾਈ ਹੈ ਬਾਲਣ ਸੰਧੈ ਭਾਏ। ਉਹ ਸਿਰ ਜਿਹੜਾ ਸਾਈਂ ਅੱਗੇ ਨਿਵਦਾ ਨਹੀਂ ਹੈ ਨਾ, ਉਹਨੂੰ ਚੁੱਲ੍ਹੇ 'ਚ ਲਾ ਦੇ, ਸਾੜ ਦੇ ਉਹਨੂੰ, ਬਾਲਣ ਦੀ ਥਾਂ ਤੇ ਆਪਣਾ ਸਿਰ ਲਾ ਦੇ, ਕਿਉਂਕਿ ਰੱਬ ਅੱਗੇ ਨਹੀਂ ਨਿਭਿਆ। ਤੇ ਰੱਬ ਦੀ ਪ੍ਰਾਪਤੀ ਵਾਸਤੇ ਹੀ ਬੰਦਾ ਸਰੀਰ ਨੂੰ ਤਪਾਈ ਜਾਂਦਾ। ਭਗਉਤੀ ਰਹਿਤ ਜੁਗਤਾ, ਜੋਗੀ ਕਹਿਤ ਮੁਕਤਾ। ਜੋਗੀ ਮੁਕਤੀ ਦੇ ਰਾਹ ਨੂੰ ਹੀ ਦੱਸੀ ਜਾਂਦੇ, ਰੱਬ ਦੀ ਪ੍ਰਾਪਤੀ। ਇਹ ਕਹਿੰਦੇ ਵੀ ਜੋਗ ਕਮਾ ਲੋ, ਪਿੰਡੇ ਤੇ ਸਵਾਹ ਮੜ ਲੋ। ਕਿਉਂਕਿ ਜਦੋਂ ਜੋਗ ਧਰਮ ਦੀ ਗੱਲ ਕਰਦੇ, ਜੋਗ ਮਤ ਦੀ ਗੱਲ ਕਰਦੇ ਨਾ, ਤੇ ਜੋਗ ਮਤ ਦੇ ਵਿੱਚ ਨਾ ਜੋਗੀ ਉਦੋਂ ਤੱਕ ਨਹੀਂ ਬਣ ਸਕਦਾ ਜਦੋਂ ਤੱਕ ਉਹ ਗੁਰੂ ਆਪਣੇ ਕੋਲੋਂ, ਜਿਹਨੂੰ ਉਹਨੇ ਗੁਰੂ ਧਾਰਨ ਕੀਤਾ, ਉਹਦੇ ਕੋਲੋਂ ਭੇਖ ਨਾ ਲੈ ਲਏ। ਤੇ ਭੇਖ ਲਿਆ ਹੋਇਆ ਉਹਨੂੰ ਕਹਿੰਦੇ ਨੇ ਜਿਹੜਾ ਪਿੰਡੇ ਤੇ ਸਵਾਹ ਮੜ ਲਏ। ਜਦੋਂ ਜੋਗੀਆਂ ਦਾ ਗੁਰੂ, ਮਤਲਬ ਉਹਨਾਂ ਦੇ ਧਰਮ ਨੂੰ ਜਦੋਂ ਪੜਾਂਗੇ ਨਾ, ਤੇ ਉਥੋਂ ਪਤਾ ਲੱਗਦਾ ਜਦੋਂ ਜੋਗੀ ਕਿਸੇ ਨੂੰ ਗੁਰੂ ਧਾਰਨ ਕਰਦਾ ਹੈ, ਉਦੋਂ ਤੱਕ ਇਹ ਪਿੰਡੇ ਤੇ ਸਵਾਹ ਨਹੀਂ ਮਲ ਸਕਦੇ ਜਦੋਂ ਤੱਕ ਇਹਨਾਂ ਦਾ ਗੁਰੂ ਇਹਨਾਂ ਨੂੰ ਭੇਖ ਨਾ ਦੇਵੇ। ਉਹ ਵੱਖਰੀ ਗੱਲ ਹੈ ਕਿ ਕੋਈ ਲੋਕ ਵਿਖਾਵੇ ਵਾਸਤੇ, ਲੋਕਾਂ ਨੂੰ ਭਰਮਾਉਣ ਵਾਸਤੇ ਇਹ ਕਰਮ ਅਪਣਾ ਲਏ ਵੀ ਪਿੰਡੇ ਤੇ ਸਵਾਹ ਮਲ ਲਏ, ਪਰ ਅਸਲ ਵਿੱਚ ਜਿੰਨਾ ਸਮਾਂ ਗੁਰੂ ਇਹਨਾਂ ਨੂੰ ਭੇਖ ਨਹੀਂ ਦਿੰਦਾ, ਉਹਨਾਂ, ਜਿਵੇਂ ਆਪਾਂ ਰਾਤਰੀ ਦੇ ਦੀਵਾਨਾਂ 'ਚ ਚੱਲ ਰਹੇ ਨਾ, ਗੋਰਖਨਾਥ ਨਾਲ ਵਿਚਾਰ ਚਰਚਾ ਚੱਲ ਰਹੀ ਗੁਰੂ ਨਾਨਕ ਸਾਹਿਬ ਦੀ, ਉਹ ਸਾਰੇ ਸਿੱਧ ਜਿਹੜੇ ਹੁਣ ਗੁਰੂ ਨਾਨਕ ਸਾਹਿਬ ਨੂੰ ਕੀ ਕਹਿ ਰਹੇ ਵੀ ਤੁਸੀਂ ਭੇਖ ਧਾਰਨ ਕਰ ਲਓ, ਗੋਰਖਨਾਥ ਨੂੰ ਆਖੋ ਵੀ ਮੈਨੂੰ ਭੇਖ ਦੇ, ਪਿੰਡੇ ਤੇ ਸਵਾਹ ਮੜ ਲਓ। ਬਾਪੂ ਜੀ ਕਹਿੰਦੇ ਵੀ ਨਹੀਂ, ਆ ਜਿਹੜੀ ਤੁਸੀਂ ਸਵਾਹ ਮਲਦੇ ਹੋ ਵੀ ਮੇਰੇ ਕੋਲ ਇਹ ਨਹੀਂ ਹੈ। ਸਵਾਹ ਮਲਣ ਦਾ ਕਾਰਨ ਕੀ ਹੈ ਵੀ ਅਸੀਂ ਸਵਾਹ ਹੋ ਚੁੱਕੇ ਆ, ਅਸੀਂ ਸਕੂਨ ਪਾ ਲਿਆ, ਸਾਨੂੰ ਟਿਕਾ ਮਿਲ ਗਿਆ। ਨਾਨਕ ਜੀ ਕਹਿੰਦੇ ਵੀ ਮੇਰੇ ਕੋਲ ਟਿਕਾ ਰੂਪੀ ਸਵਾਹ ਮੈਂ ਲਾਈ ਹੈ, ਤੁਹਾਡੇ ਵਾਂਗੂ ਮੈਂ ਆ ਬਾਲਣਾ ਵਾਲੀ ਰਾਖ ਵਾਲੀ ਸਵਾਹ ਨਹੀਂ ਮਲਦਾ ਫਿਰਦਾ। ਹੁਣ ਇਹ ਕਹਿੰਦੇ ਵੀ ਮੁਕਤੀ ਏਦਾਂ ਮਿਲਦੀ ਹੈ। ਤਰੀਕਾ ਹੀ ਇਹ ਹੈ ਵੀ ਜੇ ਪਿੰਡੇ ਤੇ ਸਵਾਹ ਮਲ ਲਓਗੇ ਫਿਰ ਮੁਕਤੀ ਹੈ। ਤਪਸੀ ਤਪ ਹੈ ਰਾਤਾ, ਤੇ ਜਿਹੜਾ ਤਪ ਕਰਨ ਵਾਲਾ ਤਪਸੀ ਹੈ ਉਹ ਕਹਿੰਦਾ ਵੀ ਇਦਾਂ ਹੀ ਰੱਬ ਮਿਲਦਾ, ਹੋਰ ਕਿਸੇ ਤਰੀਕੇ ਰੱਬ ਨਹੀਂ ਮਿਲ ਸਕਦਾ। ਜੋਗੀ ਨੇ ਕਿਹਾ ਜੋਗ ਕਮਾ ਕੇ ਰੱਬ ਮਿਲਦਾ ਹੈ, ਗਿਆਨੀ ਨੇ ਕਿਹਾ ਗਿਆਨ ਕਮਾ ਕੇ ਮਿਲਦਾ ਹੈ, ਧਿਆਨੀ ਕਹਿੰਦਾ ਧਿਆਨ ਲਾ ਕੇ ਮਿਲਦਾ ਹੈ, ਤੇ ਤਪਸੀ ਕਹਿੰਦਾ ਤਪ ਕਰਕੇ ਮਿਲਦਾ ਹੈ, ਤੇ ਭਗਉਤੀ ਜਿਹੜਾ ਹੈ ਉਹ ਕਹਿੰਦਾ ਜੁਗਤੀਆਂ ਨਾਲ ਰੱਬ ਮਿਲਦਾ। ਸਾਰਿਆਂ ਨੇ ਆਪਣਾ ਆਪਣਾ ਰਸਤਾ ਅਖਤਿਆਰ ਕਰਕੇ ਲੋਕਾਂ ਨੂੰ ਦੱਸ ਦਿੱਤਾ। ਮੋਨੀ ਮੋਨ ਧਾਰੀ, ਸੰਨਿਆਸੀ ਬ੍ਰਹਮਚਾਰੀ, ਉਦਾਸੀ ਉਦਾਸ ਰਾਤਾ। ਹੁਣ ਇੱਕ ਬਣ ਗਏ ਮੋਨੀ ਜੀ। ਮੋਨੀ ਜਿਹੜਾ ਜ਼ੁਬਾਨ ਤੋਂ ਬੋਲਦਾ ਨਹੀਂ, ਜਿੰਨੇ ਜ਼ੁਬਾਨ ਤੋਂ ਬੋਲਿਆ ਨਹੀਂ ਅਸੀਂ ਉਹਦੇ ਮਗਰ ਲੈਣਾ ਲਾ ਲੀਆਂ ਵੀ ਇਹ ਤੇ ਬੋਲਦੇ ਹੀ ਨਹੀਂ ਜੀ। ਮਾਲਕ ਕਹਿੰਦੇ ਕਦੇ ਬਹਿ ਕੇ ਨਾ ਦਿਵਯ ਦ੍ਰਿਸ਼ਟੀ ਨਾਲ, ਹੁਣ ਦਿਵਯ ਦ੍ਰਿਸ਼ਟੀ ਗੁਰੂ ਨਾਨਕ ਸਾਹਿਬ ਕੋਲੋਂ ਲੈਣੀ, ਬਾਪੂ ਜੀ ਕਹਿੰਦੇ ਪੁੱਛ ਕੇ ਵੇਖੀ ਕਦੇ ਉਹਨਾਂ ਨੂੰ ਜਿਹੜੇ ਉਹਦੀ ਖਾਤਰਦਾਰੀ ਵਿੱਚ ਖੜੋਤੇ ਹੋਏ, ਉਹਦੇ ਉਪਾਸ਼ਕ ਕਹਿ ਲਓ, ਉਹਦੇ ਸੇਵਕ ਕਹਿ ਲਓ। ਬਾਪੂ ਜੀ ਨੇ ਫੈਸਲਾ ਦਿੱਤਾ, ਕਹਿੰਦੇ ਬੋਲੇ ਨਹੀਂ ਹੋਏ ਬੈਠਾ ਮੋਨੀ, ਤੇ ਅੰਤਰ ਕਲਪ ਭਵਾਈਆਂ ਜੋਨੀ। ਅੰਦਰਲੀਆਂ ਕਲਪਨਾਵਾਂ ਦਾ ਕੀ ਕਰੇਗਾ? ਕੱਲਾ ਜ਼ੁਬਾਨ ਕਰਕੇ ਮੋਨੀ ਹੋ ਜਾਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਉਹ ਤੇ ਲੋਕ ਕਈ ਮੌਨ ਵਰਤ ਵੀ ਰੱਖੀ ਫਿਰਦੇ ਜੀ, ਅਸੀਂ ਮੌਨ ਵਰਤ ਰੱਖਿਆ, ਬੋਲਣਾ ਨਹੀਂ, ਇੰਨੇ ਦਿਨ ਨਹੀਂ ਬੋਲਣਾ। ਕਿੱਡੀ ਕੁ ਵੱਡੀ ਗੱਲ। ਪਰ ਸਾਹਿਬ ਕਹਿੰਦੇ ਵੀ ਸੱਜਣਾ ਮੌਨ ਰੱਖੇ ਦਾ ਤੇ ਫਾਇਦਾ ਤਾਂ ਜੇ ਅੰਦਰਲੀਆਂ ਕਲਪਨਾਵਾਂ ਵੀ ਮੁੱਕ ਜਾਣ, ਅੰਦਰੋਂ ਵਿਚਾਰਾਂ ਖਤਮ ਹੋ ਜਾਣ, ਵੀ ਮਨ ਨਹੀਂ ਭੱਜਦਾ। ਹੁਣ ਮੋਨੀ ਤੇ ਮਨ ਕਰਕੇ ਹੋਣਾ ਸੀ, ਅਸੀਂ ਜ਼ੁਬਾਨ ਕਰਕੇ ਮੋਨੀ ਹੋ ਗਏ, ਤੇ ਜਿਹੜਾ ਜ਼ੁਬਾਨ ਕਰਕੇ ਮੋਨੀ ਹੋ ਗਿਆ ਨਾ ਉਹਦੇ ਮਗਰ ਅਸੀਂ ਵਹੀਰਾਂ ਘੱਤ ਕੇ ਬਹਿ ਗਏ। ਤੁਰੇ ਚੱਲੋ ਜੀ, ਬਾਬਾ ਜੀ ਮੋਨੀ ਨੇ। ਮਾਲਕ ਕਹਿੰਦੇ ਪਹਿਲੋਂ ਪੁੱਛ ਕੇ ਵੇਖ ਵੀ ਅੰਦਰਲੀਆਂ ਕਲਪਨਾਵਾਂ ਮੁੱਕ ਗਈਆਂ,
ਤੇ ਅੰਦਰ ਕੀ ਕਲਪ ਭਵਾਈਆਂ ਜੋਨੀ, ਅੰਦਰ ਜੂਨਾ ਭੋਗਦਾ ਫਿਰਦਾ, ਕਿੱਦਾਂ ਦੀਆਂ ਭੋਗਦਾ, ਇਸ ਗੱਲ ਦਾ ਕੋਈ ਦਾਵਾ ਨਹੀਂ। ਹੋ ਸਕਦਾ ਅੰਦਰਲੀ ਜੂਨ ਸੂਰ ਵਾਲੀ ਹੋਵੇ, ਹੋ ਸਕਦਾ ਅੰਦਰਲੀ ਜੂਨ ਕੂਕਰ ਵਾਲੀ ਹੋਵੇ, ਇਹ ਵੀ ਹੋ ਸਕਦਾ ਕਿ ਅੰਦਰਲੀ ਜੂਨ ਗਧੇ ਵਾਲੀ ਹੋਵੇ। ਅੰਦਰਲੀ ਜੂਨ ਦਾ ਤਾਂ ਨਹੀਂ ਨਾ ਪਤਾ। ਇਹ ਵੀ ਹੋ ਸਕਦਾ ਕਿ ਅੰਦਰਲੀ ਜੂਨ ਸੱਪ ਵਾਲੀ ਹੋਵੇ। ਅੰਤਰ ਕਲਪ, ਕਲਪ ਮਤਲਬ ਕਲਪਨਾਵਾਂ ਭਵਾਈਆਂ ਜੋਨੀ, ਉਹ ਭਟਕ ਰਹੀਆਂ ਨੇ ਤੇ ਬੋਲੇ ਨਾਹੀ ਹੋਏ ਬੈਠਾ ਮੋਨੀ। ਬੋਲ ਨਹੀਂ ਰਿਹਾ, ਮੋਨੀ ਹੋ ਕੇ ਬੈਠਾ ਹੈ। ਮੋਨੀ ਮੋਨ ਧਾਰੀ, ਮਾਲਕ ਕਹਿੰਦੇ ਉਹ ਮੋਨ ਧਾਰੀ ਬਣਿਆ। ਸੰਨਿਆਸੀ ਬ੍ਰਹਮਚਾਰੀ, ਸੰਨਿਆਸੀ ਔਰ ਬ੍ਰਹਮਚਾਰੀ ਇਹ ਵੱਖਰੇ ਵੱਖਰੇ ਨੇ। ਸੰਨਿਆਸੀ ਕਹਿੰਦੇ ਉਹਨੂੰ ਜਿਹਨੇ ਸਾਰਾ ਕੁਝ ਛੱਡਤਾ, ਸੰਨਿਆਸ ਲੈ ਲਿਆ। ਤੇ ਬ੍ਰਹਮਚਾਰੀ ਕਹਿੰਦੇ ਨੇ ਉਹ ਜਿਹੜਾ ਕਹਿੰਦਾ ਵੀ ਗ੍ਰਸਥ ਜੀਵਨ ਚੰਗਾ ਨਹੀਂ ਹੈ, ਜਿਹਨੂੰ ਸੌਖੇ ਲਫ਼ਜ਼ਾਂ 'ਚ ਕਹਿ ਲਈਏ, ਜਿਹੜਾ ਕਹਿੰਦਾ ਵੀ ਵਿਆਹ ਨਹੀਂ ਕਰਾਉਣਾ ਚਾਹੀਦਾ, ਉਹ ਬ੍ਰਹਮਚਾਰੀ। ਹੁਣ ਇਹ ਇੱਥੇ ਕੀ ਸੀਮਤ ਨੇ? ਇਹ ਕਹਿੰਦੇ ਜੇ ਰੱਬ ਹਾਸਲ ਕਰਨਾ ਤੇ ਸੰਨਿਆਸ ਧਾਰਨ ਕਰਨਾ ਪੈਣਾ, ਜੇ ਰੱਬ ਜੀ ਨੂੰ ਹਾਸਲ ਕਰਨਾ ਤੇ ਬ੍ਰਹਮਚਾਰੀ ਬਣਨਾ ਪੈਣਾ। ਤੇ ਭਾਈ ਗੁਰਦਾਸ ਜੀ ਨੂੰ ਪੁੱਛ ਕੇ ਵੇਖੋ, ਉਹ ਕਹਿੰਦੇ ਸਗਲ ਧਰਮ ਮੈਂ ਗ੍ਰਸਥ ਪ੍ਰਧਾਨ ਹੈ। ਏਦੂ ਵਧੀਆ ਰਾਹ ਨਾ ਕੋਈ ਨਹੀਂ ਸੀ ਧਰਮ ਦੀ ਦੁਨੀਆ 'ਚ, ਜਿਹੜਾ ਸਾਨੂੰ ਬਾਪੂ ਨਾਨਕ ਨੇ ਦੇਤਾ। ਜੇ ਏਦੂ ਵਧੀਆ ਰਸਤਾ ਹੁੰਦਾ ਤੇ ਗੁਰੂ ਨਾਨਕ ਸਾਹਿਬ ਉਹ ਰਸਤਾ ਅਪਣਾ ਕੇ ਸਾਨੂੰ ਦੱਸਦੇ ਵੀ ਰੱਬ ਇਦਾਂ ਮਿਲਦਾ। ਪਰ ਬਾਪੂ ਜੀ ਨੇ ਗ੍ਰਸਥ ਧਾਰਨ ਕਰਕੇ ਸਾਨੂੰ ਦੱਸਿਆ ਵੀ ਆਹ ਤਰੀਕਾ ਰੱਬ ਨੂੰ ਹਾਸਲ। ਸੌਖਾ ਜਿਹਾ ਬੰਦਾ ਆਪਣੀ ਹਰ ਜ਼ਰੂਰਤ ਪੂਰੀ ਕਰਦਾ, ਪਰਿਵਾਰ ਵਿੱਚ ਵੀ ਰਹਿੰਦਾ, ਪਰਿਵਾਰ 'ਚ ਰਹਿੰਦਾ ਹੋਇਆ ਪਰਿਵਾਰ ਦਾ ਹਰ ਸੁੱਖ ਵੀ ਮਾਣਦਾ, ਤੇ ਉਧਰੋਂ ਰੱਬ ਰੱਬ ਵੀ ਕਰੀ ਜਾਂਦਾ। ਕਿੱਡਾ ਸੁਖਾਲਾ ਜਿਹਾ ਤਰੀਕਾ ਸੀ। ਤੇ ਇੱਕ ਪਾਸੇ ਬੰਦਾ ਆਪਣੀਆਂ ਲੋੜਾਂ ਤੋਂ ਦੁਖੀ ਹੋਇਆ ਤੇ ਰੱਬ ਰੱਬ ਕਰੀ ਜਾਂਦਾ। ਹੁਣ ਉਹਦਾ ਧਿਆਨ ਕਿੱਥੇ? ਇਸੇ ਕਰਕੇ ਤੇ ਬਾਬਾ ਕਬੀਰ ਸਾਹਿਬ ਨੇ ਪਹਿਲੋਂ ਕਿਹਾ ਨਾ, ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ, ਵੀ ਮੇਰਾ ਧਿਆਨ ਦੂਜੇ ਪਾਸੇ ਨਹੀਂ ਜਾਣਾ ਚਾਹੀਦਾ। ਜੇ ਮੇਰੇ ਤੋਂ ਭਗਤੀ ਕਰਾਉਣੀ ਪਹਿਲੋਂ ਮੈਨੂੰ ਰਜਾ, ਮੈਂ ਰੱਜਾਂ ਪਹਿਲੋਂ। ਹਾਂ, ਜਿੱਦਣ ਰੱਜ ਜਾਗਾ ਉਦਣ ਭਗਤੀ ਕਰਾਂਗਾ। ਇਹ ਥੋੜੀ ਵੀ ਮੈਂ ਉਧਰ ਮਾਲਾ ਫੜ ਕੇ ਬੈਠਾ ਹੋਵਾਂ ਤੇ ਮੈਂ ਕਹਾਂ ਰੱਬ ਰੱਬ, ਤੇ ਉਧਰੋਂ ਬਾਹਰ ਦਰਵਾਜ਼ਾ ਖੜ ਕੇ ਦਰਵਾਜ਼ੇ ਤੇ ਲੋਕ ਬਾਹਰਲਾ ਕੁੰਡਾ ਖੜਕਾਈ ਜਾਣ, ਨਹੀਂ ਕਰਜ਼ਾ ਲੈਣ ਆਏ ਆ। ਭਗਤ ਕਬੀਰ ਸਾਹਿਬ ਕਹਿੰਦੇ ਵੀ ਨਹੀਂ, ਰੱਬ ਜੀ ਮੈਂ ਕਿਸੇ ਦਾ ਇੱਕ ਟਕਾ ਨਾ ਦੇਣਾ ਹੋਵੇ, ਤੇ ਇਹ ਵੀ ਚਿੰਤਾ ਨਾ ਹੋਵੇ ਵੀ ਸ਼ਾਮ ਨੂੰ ਘਰੇ ਰੋਟੀ ਬਣੇਗੀ ਕਿ ਨਹੀਂ ਬਣੇਗੀ, ਉਹ ਵੀ ਤੇਰੀ ਜ਼ਿੰਮੇਵਾਰੀ ਹੈ ਵੀ ਦੇ ਪਹਿਲੋਂ ਸਾਰਾ ਕੁਝ, ਫਿਰ ਆਪਾਂ ਨਿਸ਼ੰਕ ਹੋ ਕੇ ਭਗਤੀ ਕਰਾਂਗੇ, ਕੋਈ ਪਰਵਾਹ ਨਹੀਂ। ਇਹ ਥੋੜੀ ਵੀ ਮੈਂ ਮਾਲਾ ਫੜ ਕੇ ਬੈਠਾ ਹੋਵਾਂ ਭਗਤੀ ਕਰਨ ਨੂੰ ਤੇ ਮੈਨੂੰ ਚਿੰਤਾ ਬਣੀ ਹੋਵੇ ਵੀ ਕੰਮ ਤੇ ਵੀ ਜਾਣਾ, ਡਿਊਟੀ ਕਰਨੀ, ਤਾਂ ਦਿਹਾੜੀ ਮਿਲਣੀ ਤੇ ਫਿਰ ਘਰੇ ਰੋਟੀ ਬਣੇਗੀ। ਹੁਣ ਜਿਹੜਾ ਇਸ ਚਿੰਤਾ 'ਚ ਬੈਠਾ ਉਹ ਭਗਤੀ 'ਚ ਸੁਰਤ ਕੀ ਜੋੜੇਗਾ? ਹੁਣ ਇਹ ਨਹੀਂ ਵੀ ਭਗਤ ਕਬੀਰ ਸਾਹਿਬ ਮਖੱਟੂ ਹੋਣ ਦੀ, ਮਿਹਨਤ ਵੀ ਕਰਨੀ ਹੈ, ਕਿਰਤ ਵੀ ਕਰਨੀ ਹੈ, ਪਰ ਲੋੜਾਂ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਨਾ। ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ, ਹੋ ਮੰਗੋ ਸੰਤਨ ਰੇਨਾ ਮੈਂ ਨਾਹੀ ਕਿਸੀ ਕਾ ਦੇਣਾ। ਮਤਲਬ ਮੇਰੇ ਸਿਰ ਤੇ ਕਿਸੇ ਦਾ ਕਰਜ਼ਾ, ਰੁਪਈਆ ਨਾ ਹੋਵੇ ਕਿਸੇ ਦਾ ਵੀ ਮੈਂ ਰੁਪਈਆ ਵੀ ਦੇਣਾ ਹੋਵੇ। ਜਿਹਦੇ ਸਿਰ ਤੇ ਕਰਜ਼ਾ ਹੋਵੇ, ਨੀਂਦ ਆਉਂਦੀ? ਜਿਹੜਾ ਬੰਦਾ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ ਉਹ ਭਗਤੀ ਕੀ ਕਰੇਗਾ? ਜਿਹਦੇ ਸਿਰ ਤੇ ਕਰਜ਼ਾ, ਪਤਾ ਵੀ ਅੱਜ ਮੈਂ ਉਹਨੂੰ ਕੱਲ ਦਾ ਸਮਾਂ ਦਿੱਤਾ ਹੈ, ਉਹ ਹੁਣ ਕੀ ਸੁਰਤ ਜੋੜੇਗਾ ਅੱਜ? ਜਿਸ ਬੰਦੇ ਨੇ 1 ਮਹੀਨੇ ਦਾ ਟਾਈਮ ਦਿੱਤਾ ਵੀ ਮੈਂ ਤੈਨੂੰ 1 ਮਹੀਨੇ ਬਾਅਦ ਤੇਰਾ ਕਰਜ਼ਾ ਲੁਟਾ ਦਿਆਂਗਾ, ਉਹਨੂੰ ਮਹੀਨਾ ਇਹ ਚਿੰਤਾ ਬਣੀ ਰਹਿਣੀ ਵੀ ਮੈਂ ਪੈਸੇ ਲੈ ਕੇ ਕਿੱਥੋਂ ਆਉਣੇ ਨੇ, ਉਹਦਾ ਕਰਜ਼ਾ ਮੋੜਨਾ। ਉਹ 1 ਮਹੀਨਾ ਤੇ ਭੁੱਲ ਜੇ ਵੀ ਹੁਣ ਸੁਰਤ ਜੁੜਨੀ, ਕਿੱਥੇ ਭਗਤੀ? ਇਸੇ ਲਈ ਬਾਪੂ ਜੀ ਕਹਿੰਦੇ ਸੰਨਿਆਸੀ ਬ੍ਰਹਮਚਾਰੀ, ਜਿਹੜਾ ਸੰਨਿਆਸੀ ਆ ਉਹ ਕਹਿੰਦਾ ਸੰਨਿਆਸ ਲੈ ਲਓ, ਬ੍ਰਹਮਚਾਰੀ ਕਹਿੰਦਾ ਬ੍ਰਹਮਚਾਰੀ ਬਣ ਜਾਓ। ਉਦਾਸੀ ਉਦਾਸ ਰਾਤਾ, ਜਿਹੜਾ ਉਦਾਸੀ ਹੋ ਗਿਆ, ਉਦਾਸੀਨ, ਇਹ ਅਲੱਗ ਧਰਮ ਹੈ। ਇਹ ਕਹਿੰਦਾ ਵੀ ਉਦਾਸ ਰਹਿਣਾ ਚਾਹੀਦਾ, ਰੱਬ ਮਿਲ ਜਾਂਦਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਪੰਚਮ ਸਰੂਪ ਵਿੱਚ
ਜਿਹੜਾ ਆਪਣਾ ਫੈਸਲਾ ਫਿਰ ਦਿੰਦੇ ਹਨ। ਭਗਤ ਨਵੈ ਪ੍ਰਕਾਰਾ ਪੰਡਤ ਵੇਦ ਪੁਕਾਰਾ ਗਿਰਸਤੀ ਗਿਰਸਤ ਧਰਮਾਤਾ। ਹੁਣ ਖਿਆਲ ਰੱਖਿਓ, ਕਿਉਂਕਿ ਗੁਰੂ ਅਰਜਨ ਸਾਹਿਬ ਨੇ ਰਸਤੇ ਸਾਰੇ, ਕਿਉਂਕਿ ਹਰ ਬੰਦਾ ਜਿਹੜੇ ਰਸਤੇ ਤੇ ਤੁਰ ਰਿਹਾ ਉਹਨੂੰ ਉਹ ਠੀਕ ਲੱਗਦਾ ਹੈ। ਬਾਪੂ ਜੀ ਕਹਿੰਦੇ ਭਗਤ ਨਵੇਂ ਪ੍ਰਕਾਰਾ, ਇੱਕ ਭਗਤ ਨੇ ਜਿਹੜੇ ਖਾਸ ਕਿਸਮ ਦੇ, ਇਹ ਕਹਿੰਦੇ 9 ਤਰ੍ਹਾਂ ਦੀ ਭਗਤੀ ਹੁੰਦੀ, ਭਗਤੀ ਵੀ 9 ਤਰ੍ਹਾਂ ਦੀ ਹੁੰਦੀ। ਇੱਕ ਭਗਤੀ ਹੁੰਦੀ ਹੈ ਸੁਣਨਾ, ਸ਼ਰਵਣ ਕਰਨਾ, ਇੱਕ ਕੀਰਤਨ ਕਰਨਾ, ਕੀਰਤੀ ਕਰਨੀ, ਫਿਰ ਸਿਮਰਨ ਕਰਨਾ, ਉਹ ਤੋਂ ਬਾਅਦ ਚ ਚਰਨ ਸੇਵਾ, ਚਰਨਾਂ ਦੀ ਸੇਵਾ ਕਰਨੀ ਜਾਂ ਚਰਨ ਕਰਕੇ ਸੇਵਾ ਕਰਨੀ, ਅਰਚਨਾ ਮੰਗਣਾ, ਇਹਨੂੰ ਵੀ ਭਗਤੀ ਕਹਿੰਦੇ ਹੋ। ਫਿਰ ਬੰਦਨਾ ਕਰਨੀ, ਅੱਗੋਂ ਸਿੱਖਣਾ, ਸਿੱਖਿਆ ਰੂਪ ਬਣ ਜਾਣਾ, ਉਹ ਤੋਂ ਬਾਅਦ ਚ ਦਾਸਿਆ ਸੇਵਕ ਬਣ ਜਾਣਾ। ਇਸ ਤਰੀਕੇ ਨਾ ਇਹ 9 ਤਰ੍ਹਾਂ ਦੀ ਭਗਤੀ ਮੰਨੀ ਜਾਂਦੀ। ਹੁਣ ਜਿਹੜਾ ਇਹ ਕਰਨ ਵਾਲਾ ਉਹ ਕੀ ਕਹਿੰਦਾ, ਇਹ ਹੀ ਰੱਬ ਦੀ ਪ੍ਰਾਪਤੀ ਦਾ ਸਾਧਨ ਹੈ। ਪੰਡਿਤ ਵੇਦ ਪੁਕਾਰਾ, ਹੁਣ ਗਿਆਨਵਾਨ ਬੰਦਾ ਕੀ ਕਰੇਗਾ ਜੀ, ਰੱਬ ਨੂੰ ਹਾਸਲ ਕਰਨਾ ਗਿਆਨ ਹੋਣਾ ਚਾਹੀਦਾ ਕੋਲੇ, ਉਹ ਇੱਥੇ ਕੀ ਬੈਠਾ। ਇਸੇ ਕਰਕੇ ਤੇ ਗੁਰੂ ਅਮਰਦਾਸ ਸਾਹਿਬ ਨੂੰ ਫੈਸਲਾ ਦੇਣਾ ਪਿਆ ਨਾ, ਸਿਮਰਿਤ ਸ਼ਾਸਤ ਪੁਨ ਪਾਪ ਵਿਚਾਰ ਦੇ ਤਤੈ ਸਾਰਨਾ ਜਾਣੀ, ਤਤੈ ਸਾਰਨਾ ਜਾਣੀ ਗੁਰੂ ਬਾਝੋਂ, ਤਤੈ ਸਾਰਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਿਆਂ ਰਹਿਣ ਵਿਹਾਣੀ। ਗੁਜ਼ਰ ਗਈ ਰਾਤ, ਜ਼ਿੰਦਗੀ ਰੂਪੀ ਰਾਤ ਲੰਘ ਗਈ ਕਿੱਥੇ, ਸੁੱਤਿਆਂ ਪਿਆਈ। ਤਤ ਨੂੰ ਸਮਝਿਆ ਹੀ ਕੋਈ ਨਹੀਂ, ਬਸ ਪੁੰਨ ਤੇ ਪਾਪ ਤੱਕ ਹੀ ਰਹਿ ਗਿਆ। ਆਹ ਕੰਮ ਕਰ ਲੋ ਪੁੰਨ ਹੁੰਦਾ ਹੈ, ਆਹ ਕੰਮ ਕਰ ਲੋ ਪਾਪ ਲੱਗਦਾ। ਇੱਥੇ ਇੱਕ ਤਤ ਕੀ ਸੀ, ਪਾਸੇ ਹੀ ਰਹਿ ਗਿਆ। ਗ੍ਰਿਸ਼ਥੀ ਗ੍ਰਿਸ਼ਥ ਧਰਮਾਤਾ, ਜਿਹੜਾ ਗ੍ਰਿਸ਼ਥੀ ਹੈ ਮਾਲਕ ਕਹਿੰਦੇ, ਉਹ ਕਹਿੰਦਾ ਗ੍ਰਿਸ਼ਥੀ ਚੰਗਾ ਹੈ। ਇਹ ਵੀ ਨਹੀਂ ਵੀ ਗ੍ਰਿਸ਼ਥੀ ਕਵੇ ਮੈਂ ਧਰਮੀ ਆ, ਨਹੀਂ, ਕਹਿੰਦੇ ਉਹ ਕਹਿੰਦਾ ਵੀ ਇਦਾਂ ਰੱਬ ਮਿਲ ਜਾਂਦਾ। ਇਦਾਂ ਹੁਣ ਗੁਰੂ ਨਾਨਕ ਸਾਹਿਬ ਨੇ ਇਕੱਲਾ ਇਹ ਨਹੀਂ ਕਿਹਾ ਵੀ ਗ੍ਰਿਸ਼ਥ ਧਾਰਨ ਕਰਨ ਨਾਲ ਰੱਬ ਮਿਲ ਜਾਏਗਾ, ਗ੍ਰਿਸ਼ਥ ਧਾਰਨ ਕਰਕੇ ਰੱਬ ਨਹੀਂ। ਬਾਪੂ ਜੀ ਕਹਿੰਦੇ ਰੱਬ ਮਿਲਦਾ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਛਾਣੇ। ਆਹ ਤਰੀਕਾ ਰੱਬ ਨੂੰ ਮਿਲਣ ਦਾ, ਵੀ ਗ੍ਰਿਸ਼ਥ ਚ ਰਹਿ ਕੇ ਵੀ ਰੱਬ ਵਾਲੇ ਪਾਸੇ ਨੂੰ ਤੁਰਨਾ, ਇਹਨੂੰ ਕਹਿੰਦੇ ਰੱਬ ਨੂੰ, ਰੱਬ ਵਾਲੇ ਰਾਹ ਤੇ ਚੱਲਣਾ, ਜਾਂ ਰੱਬ ਜੀ ਦੀ ਰਜ਼ਾ ਵਿੱਚ ਚੱਲਣਾ, ਰੱਬ ਜੀ ਦੇ ਹੁਕਮ ਵਿੱਚ। ਫਿਰ ਤੇ ਹੋ ਸਕਦਾ ਵੀ ਰੱਬ ਜਾਵੇ ਮਿਲ, ਪਰ ਇਹ ਨਹੀਂ ਵੀ ਤੂੰ ਗ੍ਰਿਸ਼ਥ ਧਾਰਨ ਕਰਕੇ ਕਵੇਂ ਵੀ ਮੈਂ ਤੇ ਭਗਤ ਹੁੰਨਾ, ਨਹੀਂ, ਇਦਾਂ ਰੱਬ ਨਹੀਂ। ਗ੍ਰਿਸ਼ਥੀ ਧਰਮਾਤਾ, ਉਹ ਵੀ ਕਹਿੰਦੇ ਆਪਣੇ ਆਪ ਨੂੰ ਧਰਮੀ ਹੀ ਦੱਸਦਾ ਹੈ। ਇੱਕ ਸ਼ਬਦੀ ਬਹੁ ਰੂਪ ਅਵਤੂਤਾ ਕਾਪੜੀ ਕੌਤੇ ਜਾਗੂਤਾ ਇੱਕ ਤੀਰਥ ਨਾਤਾ। ਹੁਣ ਇਹਨਾਂ ਦੇ ਵਿੱਚ 3 ਚੀਜ਼ਾਂ ਦਾ ਜ਼ਿਕਰ ਕੀਤਾ। ਸਭ ਤੋਂ ਪਹਿਲਾਂ ਕਹਿੰਦੇ ਇੱਕ ਸ਼ਬਦੀ, ਕੁਝ ਕਹਿੰਦੇ ਵੀ ਇੱਕ ਸ਼ਬਦ ਵਰਤਣ ਨਾਲ ਹੀ, ਜ਼ਿਆਦਾਤਰ ਇਹ ਹੁੰਦੇ ਜਿਹੜੇ ਅਲਖ ਨਿਰੰਜਨ ਦਾ ਅਲਖ ਨਿਰੰਜਨ ਲਫ਼ਜ਼ ਵਰਤਦੇ ਉਹਨਾਂ ਲਈ ਇੱਕ ਸ਼ਬਦੀ, ਉਹਨਾਂ ਨੂੰ ਇੱਕ ਸ਼ਬਦੀ ਕਿਹਾ ਜਾਂਦਾ। ਉਹ ਕਹਿੰਦੇ ਵੀ ਇਦਾਂ ਹੀ ਰੱਬ ਮਿਲ ਜਾਂਦਾ ਹੈ। ਬਹੁ ਰੂਪ ਬਹਿਰੂਪੀਏ, ਉਹ ਕਹਿੰਦੇ ਬਹੁ ਰੂਪ ਧਾਰਨ ਕਰਾਂਗੇ ਫਿਰ ਰੱਬ ਮਿਲਦਾ। ਅਵਤੂਤਾ, ਅਵਤੂਤ ਕਹਿੰਦੇ ਨਾਂਗੇ, ਜਿਹੜੇ ਕੱਪੜਿਆਂ ਤੋਂ ਵੀ ਰਹਿਤ ਨੇ, ਉਹ ਕਹਿੰਦੇ ਇਦਾਂ ਰੱਬ ਮਿਲਦਾ। ਫਿਰ ਕਾਪੜੀ ਕੌਤੇ ਜਾਗੂਤਾ, ਹੁਣ ਕਾਪੜੀ ਕਹਿੰਦੇ ਜਿਹੜੇ ਖਾਸ ਕਿਸਮ ਦਾ ਚੋਲਾ ਪਾਉਣ ਵਾਲੇ, ਚੋਲਾ ਮਤਲਬ ਪੋਸ਼ਾਕ, ਵਸਤਰ ਆਪਣੇ ਸਰੀਰ ਤੇ ਪਾਉਣਾ ਪਰ ਖਾਸ ਕਿਸਮ ਦਾ, ਉਹ ਕਹਿੰਦੇ ਇਦਾਂ ਰੱਬ ਮਿਲਦਾ। ਇੱਕ ਤੀਰਥ ਨਾਤਾ, ਤੇ ਇੱਕ ਕਹਿੰਦਾ ਵੀ ਤੀਰਥਾਂ ਤੇ ਨਾਲੋ ਰੱਬ ਮਿਲ ਜਾਂਦਾ। ਤੀਰਥਾਂ ਤੇ ਇਸ਼ਨਾਨ ਕਰ ਲਾਂਗੇ ਤੇ ਰੱਬ ਦੀ ਪ੍ਰਾਪਤੀ ਹੋ ਜਾਵੇਗੀ। ਨਿਰਹਾਰ ਵਰਤੀ ਅਪਰਸਾ ਇੱਕ ਲੂਕ ਨਾ ਦੇਵਹਿ ਦਰਸਾ ਇੱਕ ਮਨ ਹੀ ਗਿਆਤਾ। ਫਿਰ ਨਿਰਹਾਰ ਵਰਤੀ ਆਪਰਸਾ, ਨਿਰਆਹਾਰ ਕਹਿੰਦੇ ਭੁੱਖੇ ਰਹਿਣ ਵਾਲਿਆਂ ਨੂੰ। ਅੰਨ ਨਾ ਖਾਹੇ ਦੇਹੀ ਦੁਖ ਦੀਜੈ, ਵਸਤਰ ਨਾ ਪਹਿਰੇ ਅਹਨਿਸ ਕਹਿਰੇ, ਮੋਨ ਵਿਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ। ਦੱਸ ਰੱਬ ਕਿੱਥੇ, ਤੂੰ ਮੋਨ ਵਿੱਚ ਵਿਗੂਤਾ ਪਿਆ, ਪਰ ਦੱਸ ਕਿਉਂ ਜਾਗਿਆ, ਕਿਵੇਂ ਜਾਗੇਗਾ। ਗੁਰ ਬਿਨ
ਗੁਰੂ ਤੋਂ ਬਿਨਾ ਸੂਤਾ ਸੁੱਤਾ ਪਿਆ। ਸੁੱਤਾ ਇੱਥੇ ਗਫਲਤ ਵਿੱਚ ਗਲਤਾਨ ਹੋਇਆ, ਅਗਿਆਨਤਾ ਵਿੱਚ ਫਸਿਆ ਹੋਇਆ, ਉਹਨੂੰ ਸੁੱਤਾ ਕਿਹਾ। ਮਾਲਕ ਜੀ ਕਹਿੰਦੇ ਨਿਰਹਾਰ ਵਰਤੀ ਆ ਪਰਸਾ, ਉਹ ਕਹਿੰਦਾ ਭੁੱਖਿਆਂ ਰਹਿ ਕੇ ਰੱਬ ਮਿਲ ਜਾਂਦਾ ਹੈ। ਕਹਿੰਦੇ ਇੱਕ ਲੂਕ ਨਾ ਦੇਵੈਂ ਦਰਸਾ, ਕਈ ਲੁਕ ਕੇ ਬੈਠੇ, ਉਹ ਦਰਸ਼ਨ ਹੀ ਨਹੀਂ ਦਿੰਦੇ ਕਿਸੇ ਨੂੰ ਵੀ ਆਪਣੇ ਆਪ ਨੂੰ ਲੁਕੋ ਕੇ ਬਹਿ ਜਾਓ, ਰੱਬ ਮਿਲ ਜੇਗਾ। ਇੱਕ ਮਨ ਹੀ ਗਿਆਤਾ, ਤੇ ਕਹਿੰਦੇ ਇੱਕ ਐਸੇ ਨੇ ਆਪਣੇ ਮਨ ਹੀ ਵਿੱਚ ਗਿਆਨੀ ਬਣੇ ਹੋਏ। ਅਸੀਂ ਗਿਆਨੀ ਹੁੰਨੇ, ਮਨ ਹੀ ਮਨ ਵਿੱਚ ਆਪਣੇ ਆਪ ਨੂੰ ਗਿਆਨੀ ਮੰਨ ਕੇ ਬੈਠ ਜਾਣਾ। ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ, ਜਿਸ ਮੇਲੇ ਸੋ ਭਗਤਾ। ਹੁਣ ਗੁਰੂ ਸਾਹਿਬ ਨੇ ਅਖੀਰੀ ਪਦਿਆਂ 'ਚ ਆ ਕੇ ਫੈਸਲਾ ਦਿੱਤਾ। ਜਿੰਨੇ ਉੱਪਰ ਪੜ੍ਹ ਕੇ ਆਏ ਆ ਆਪਾਂ, ਗੁਰੂ ਅਰਜਨ ਸਾਹਿਬ ਕਹਿੰਦੇ ਘਾਟ ਨਾ ਕਿਨਹੀ ਕਹਾਇਆ। ਹੈ ਕੋਈ ਆਪਣੇ ਆਪ ਨੂੰ ਘੱਟ ਖਵਾਉਣ ਨੂੰ ਤਿਆਰ? ਸਭ ਕਹਤੇ ਹੈ ਪਾਇਆ, ਸਾਰੇ ਕਹਿੰਦੇ ਸਾਨੂੰ ਮਿਲ ਗਿਆ। ਗਿਆਨੀ ਨੇ ਕਿਹਾ ਰੱਬ ਮਿਲ ਗਿਆ, ਧਿਆਨੀ ਕਹਿੰਦਾ ਰੱਬ ਮਿਲ ਗਿਆ, ਬ੍ਰਹਮਚਾਰੀ ਕਹਿੰਦਾ ਰੱਬ ਮਿਲ ਗਿਆ, ਸੰਨਿਆਸੀ ਕਹਿੰਦਾ ਰੱਬ ਮਿਲ ਗਿਆ, ਅਵਧੂਤ ਕਹਿੰਦਾ ਰੱਬ ਮਿਲ ਗਿਆ। ਇਹਨਾਂ ਸਾਰਿਆਂ ਹੀ ਕਿਹਾ ਕਿ ਰੱਬ ਸਾਨੂੰ ਮਿਲ ਗਿਆ। ਜਿਸ ਮੇਲੇ ਸੋ ਭਗਤਾ, ਪਰ ਭਗਤ ਉਹ ਹੈ ਜਿਹਨੂੰ ਉਹ ਆਪਣਾ ਮੇਲ ਬਖਸ਼ਦਾ। ਏਦਾਂ ਭਗਤ ਨਹੀਂ ਬਣਿਆ ਜਾਂਦਾ। ਸਗਲ ਉਕਤ ਉਪਾਵਾ, ਤਿਆਗੀ ਸ਼ਰਨ ਪਾਵਾ, ਨਾਨਕ ਗੁਰ ਚਰਨ ਪਰਾਤਾ। ਹੁਣ ਇਹ ਤੇ ਸੀ ਉਹ ਉਪਾਵ ਜਿਹੜੇ ਲੋਕ ਕਰਦੇ ਨੇ। ਸਵਾਲ ਕੀ ਸੀ? ਜਾਨੋ ਨਾਹੀ ਭਾਵੈ ਕਵਨ ਬਾਤਾ, ਮਨ ਖੋਜ ਮਾਰਗ। ਇਹ ਸਵਾਲ ਸੀ ਵੀ ਕਿਹੜੀ ਤਰੀਕੇ ਨਾਲ ਰੱਬ ਨੂੰ ਚੰਗੇ ਲੱਗੀਦਾ। ਤੇ ਫਿਰ ਗੁਰੂ ਅਰਜਨ ਸਾਹਿਬ ਨੇ ਦੱਸਿਆ ਸੀ ਵੀ ਲੋਕ ਰੱਬ ਨੂੰ ਚੰਗੇ ਲੱਗਣ ਵਾਸਤੇ ਕੀ ਕੁਝ ਕਰ ਰਹੇ। ਪਰ ਕਹਿੰਦੇ ਵੀ ਮੈਂ ਜਿਹੜਾ ਨਤੀਜਾ ਕੱਢਿਆ, ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜਾ ਰਿਜ਼ਲਟ ਮੈਨੂੰ ਮਿਲਿਆ, ਗੁਰੂ ਕੀ ਸਿੱਖਿਆ ਤੋਂ ਕਹਿ ਲਓ, ਗਿਆਨ ਤੋਂ ਕਹਿ ਲਓ, ਗੁਰੂ ਸਾਹਿਬ ਜੀ ਕੇ ਉਪਦੇਸ਼ ਤੋਂ ਕਹਿ ਲਓ, ਉਹ ਰਿਜ਼ਲਟ ਇਹ ਹੈ। ਕਹਿੰਦੇ ਸਗਲ ਉਕਤ ਉਪਾਵਾ, ਸਾਰੇ ਉਪਾਵਾਂ ਤੋਂ ਉੱਚਾ ਉਪਾਵ ਕੀ ਹੈ? ਤਿਆਗੀ ਸ਼ਰਨ ਪਾਵਾ। ਸਾਰਿਆਂ ਤੋਂ ਉਪਾਵ ਤਰੀਕਾ ਇਹੀ ਹੈ, ਭਲਾ ਇਹ ਹੈ ਵੀ ਸਾਰਾ ਕੁਝ ਛੱਡ ਕੇ, ਸਾਰਾ ਕੁਝ ਤਿਆਗ ਕੇ ਮੈਂ ਰੱਬ ਜੀ ਦੀ ਸ਼ਰਨ ਵਿੱਚ ਆ ਜਾਵਾਂ। ਤਿਆਗੀ ਸ਼ਰਨ ਪਾਵਾਂ, ਸਾਰਾ ਕੁਝ ਤਿਆਗ ਕੇ ਸ਼ਰਨ ਵਿੱਚ ਆ ਜਾ। ਨਾਨਕ ਗੁਰ ਚਰਨ ਪਰਾਤਾ, ਤੇ ਕਹਿੰਦੇ ਵੀ ਗੁਰੂ ਦੇ ਚਰਨਾਂ ਤੇ ਮੈਂ ਪੈ ਜਾ। ਜਿਹਨੂੰ ਬਾਪੂ ਜੀ ਗੁਰੂ ਕਲਗੀਧਰ ਸਾਹਿਬ ਕਹਿੰਦੇ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਤੇ ਹੁਣ ਮਾਲਕ ਜੀ ਨੇ ਕੀ ਕਿਹਾ? ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੇ, ਮਤ ਏਕ ਨਾ ਮਾਨਿਓ। ਸਿਮਰਿਤ ਸ਼ਾਸਤਰ वेद सबे बहु भेद कहें, हम एक ना जानियो। श्री अस्पान कृपा तुमरी कर, मैं ना कहियो सब तोहे बखानियो। तरीका सिर्फ एहो सी, चार कुंट दह दिश भ्रमे, थक आए प्रभ की शाम। ਉਹਦੀ ਸ਼ਰਨ ਵਿੱਚ ਆ ਜਾਣਾ, ਉਹਦੇ ਦਰ ਉੱਤੇ ਆ ਜਾਣਾ, ਉਹਦੇ ਅੱਗੇ ਆਪਾ ਸਮਰਪਿਤ ਕਰ ਦੇਣਾ। ਇਹੋ ਇੱਕ ਉਪਾਵ ਤੇ ਤਰੀਕਾ ਹੈ ਜਿਸ ਤਰੀਕੇ ਰੱਬ ਜੀ ਦੀ ਪ੍ਰਾਪਤੀ ਹੁੰਦੀ ਹੈ। ਤੇ ਆਪਾਂ ਗੁਰੂ ਅੱਗੇ ਇਹ ਅਰਜ਼ੋਈ ਕਰਨੀ ਵੀ ਮਾਲਕ ਪਾਤਸ਼ਾਹ ਜੀਓ, ਆਪ ਜੀ ਸਾਨੂੰ ਵੀ ਭੁੱਲਿਆਂ ਨੂੰ ਸਿੱਧੇ ਮਾਰਗ ਤੇ ਪਾਵੋ, ਤਾਂ ਜੋ ਉਸ ਰਸਤੇ ਤੇ ਤੁਰਦਿਆਂ ਅਸੀਂ ਆਪਣੇ ਜੀਵਨਾਂ ਨੂੰ ਸਫਲ ਕਰਕੇ ਸੰਸਾਰ ਤੋਂ ਜਾਈਏ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ।
ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ। ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ। ਆਪਣੇ ਦਰ ਘਰ ਦੇ ਨਾਲ ਪ੍ਰੀਤ ਪਿਆਰ ਭਰੋਸਾ ਬਖਸ਼ਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰ ਪ੍ਰਭ। ਆਪੇ ਮੇਲੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਸਗਲ ਉਕਤ ਉਪਾਵਾ, ਤਿਆਗੀ ਸਰਣ ਪਾਵਾ। ਨਾਨਕ ਗੁਰ ਚਰਨ ਪਰਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।